मैं ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਅੱਜ ਫਿਰ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੀ ਕਿਤਾਬ ਸੁਨਹਿਰਾ ਭਵਿੱਖ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਅਤੇ ਫਿਰ ਤੁਹਾਡੇ ਟੈਲੀਫੋਨ ਕਾਲਸ ਰਾਹੀਂ ਉਸ ਲੇਖ ਵਿੱਚ ਉਠਾਏ ਨੁਕਤਿਆਂ ਬਾਰੇ ਜਾਣੀ ਕਿ ਜਾਂ ਜਿਹੜੇ ਨੁਕਤੇ ਨਹੀਂ ਉਠਾਏ ਹੁੰਦੇ ਹੈ ਉਹਨਾਂ ਬਾਰੇ ਆਪਾਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਲੇਖ ਪੜ੍ਹਨ ਤੋਂ ਪਹਿਲਾਂ ਮੈਂ ਸਾਰੇ ਹੀ ਉਹਨਾਂ ਆਪਣੇ ਸਾਥੀਆਂ ਦਾ, ਆਪਣੇ ਵੀਰਾਂ ਦਾ, ਆਪਣੀਆਂ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਮਾਇਕ ਸਹਾਇਤਾ ਦੇ ਕੇ ਇਸ ਟੈਲੀਵਿਜ਼ਨ ਨੂੰ ਦੁਬਾਰਾ ਫਿਰ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ। ਅਤੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਜੇ ਤੁਸੀਂ ਇਸ ਕ੍ਰਾਈਸਿਸ ਨੂੰ ਸਾਨੂੰ ਇਸ ਕ੍ਰਾਈਸਿਸ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਸਟੈਂਡਿੰਗ ਆਰਡਰ ਜ਼ਰੂਰ ਸਾਨੂੰ ਦਿਓ, ਚਾਹੇ ਉਹ 1 ਪਾਉਂਡ ਦਾ ਹੋਵੇ, ਚਾਹੇ 5 ਪਾਉਂਡ ਦਾ ਹੈਗਾ, ਚਾਹੇ 10 ਦਾ ਹੈ, ਚਾਹੇ 20 ਦਾ ਹੈ, ਚਾਹੇ 50 ਦਾ ਹੈ। ਜੇ ਤੁਸੀਂ ਸਾਨੂੰ ਸਟੈਂਡਿੰਗ ਆਰਡਰ ਦਿਓਗੇ ਤਾਂ ਸਾਨੂੰ ਫਿਰ ਪਤਾ ਰਹਿੰਦਾ ਵੀ ਹਰ ਮਹੀਨੇ ਸਾਡੇ ਕੋਲ ਕਿੰਨੇ ਪੈਸੇ ਹੈ ਅਤੇ ਕਿੰਨੇ ਜਿਹੜੇ ਹੈਗੇ ਆ ਅਸੀਂ ਬਾਹਰੋਂ ਜਾਣੀ ਕਿ ਪਾਉਣੇ ਹੈ ਜਾਂ ਆਪਣੇ ਕੋਲ ਪਾਉਣੇ ਹੈ ਜਾਂ ਕੀ ਕਰਨਾ ਹੈਗਾ। ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਹੋਰ ਤਰੀਕੇ ਨਾਲ ਵੀ ਮਦਦ ਕਰ ਸਕਦੇ ਹਾਂ। ਜਿਸ ਤਰ੍ਹਾਂ ਜਿਹੜੇ ਕੁਛ ਪ੍ਰੋਗਰਾਮ ਹੈਗੇ ਆ ਉਹ ਸਪੋਂਸਰ ਕਰਾਏ ਜਾ ਸਕਦੇ ਆ, ਚਾਹੇ 2 ਜਣੇ ਰਲ ਕੇ ਵੀ ਸਪੋਂਸਰ ਕਰਾਉਣ, ਚਾਹੇ ਤੁਸੀਂ ਥੋੜ੍ਹੇ ਪੈਸੇ ਭਾਵੇਂ ਦਿਓ, ਜ਼ਰੂਰੀ ਨਹੀਂ ਬਹੁਤ ਸਾਰੇ ਪੈਸੇ ਦੇਣੇ ਹੈ, ਚਾਹੇ 40, 50, 60, 100 ਜਿੰਨੇ ਵੀ ਯਾਨੀ ਕਿ ਤੁਸੀਂ ਦੇਣੇ ਚਾਹੁੰਦੇ ਆ। ਇੱਦਾਂ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਸਪੋਂਸਰ ਕਰਾਏ ਜਾ ਸਕਦੇ ਆ, ਜਿਹੜੇ ਪ੍ਰੋਗਰਾਮ ਵੀ ਤੁਹਾਨੂੰ ਚੰਗੇ ਲੱਗਦੇ ਹੈ। ਇਹ ਨਹੀਂ ਮੈਂ ਕਹਿੰਦਾ ਤੁਸੀਂ ਮੇਰੇ ਪ੍ਰੋਗਰਾਮ ਹੀ ਸਪੋਂਸਰ ਕਰਾਓ, ਪਰ ਜਿਹੜੇ ਪ੍ਰੋਗਰਾਮ ਵੀ ਤੁਹਾਨੂੰ ਚੰਗੇ ਲੱਗਦੇ ਹੈਗੇ ਤੁਸੀਂ ਉਹ ਸਪੋਂਸਰ ਕਰਾ ਸਕਦੇ ਆ। ਜਾਂ ਜਿਸ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਆ ਰਿਹਾ ਹੈਗਾ, ਤੁਸੀਂ ਉਹ ਪ੍ਰੋਗਰਾਮ ਵੀ ਸਪੋਂਸਰ ਕਰਾ ਸਕਦੇ ਆ। ਜਾਂ ਕਿਸੇ ਦੇ ਬੱਚੇ ਦੀ ਆਪਣੇ ਘਰ ਵਿੱਚ ਤੁਸੀਂ ਖੁਸ਼ੀ ਮਨਾ ਰਹੇ ਹੈਗੇ, ਕਿਸੇ ਨੇ ਐਗਜ਼ਾਮ ਪਾਸ ਕੀਤਾ ਹੈਗਾ, ਜਾਂ ਕਿਸੇ ਬੱਚੇ ਦਾ ਜਨਮ ਦਿਨ ਮਨਾਉਣਾ, ਜਾਂ ਕਿਸੇ ਦੀ ਮੈਰਿਜ ਐਨਵਰਸਰੀ ਹੈ, ਜਾਂ ਤੁਸੀਂ ਕੋਈ ਹੋਰ ਖੁਸ਼ੀ ਸਾਂਝੀ ਆਪਣੀ ਕਰਨੀ ਚਾਹੁੰਦੇ ਆ, ਤੁਸੀਂ ਉਹ ਵੀ ਜਿਹੜੀ ਹੈਗੀ ਆ ਸਾਡੇ ਨਾਲ ਸਪੋਂਸਰ ਪ੍ਰੋਗਰਾਮ ਕਰਾ ਕੇ ਜਿਹੜਾ ਹੈਗਾ ਉਹ ਕਰ ਸਕਦੇ ਆ। ਅਤੇ ਇਹ ਵੀ ਇੱਕ ਕਿਸਮ ਦੀ ਮਦਦ ਹੈ। ਦੁਬਾਰਾ ਫਿਰ ਮੈਂ ਇੱਕ ਵਾਰੀ ਉਹਨਾਂ ਸਾਰੇ ਵੀਰਾਂ ਭੈਣਾਂ ਦਾ, ਸਾਰੇ ਹਿਤੈਸ਼ੀਆਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਇਸ ਕ੍ਰਾਈਸਿਸ ਦੇ ਵਿੱਚ ਮਦਦ ਕੀਤੀ ਅਤੇ ਤੁਸੀਂ ਉਮੀਦ ਹੈ ਕਿ ਫਿਊਚਰ ਵਿੱਚ ਵੀ ਸਾਡੀ ਇੱਦਾਂ ਹੀ ਮਦਦ ਕਰਦੇ ਰਹੋਗੇ। ਅੱਜ ਦਾ ਲੇਖ ਜਿਹੜਾ ਤੁਹਾਡੇ ਨਾਲ ਮੈਂ ਲੈ ਕੇ ਆਇਆ ਹੈਗਾ ਉਹਦਾ ਨਾਂ ਹੈਗਾ ਜਿਊਣ ਦੇ ਤੱਤ। ਜੇ ਮੈਂ ਅੰਗਰੇਜ਼ੀ 'ਚ ਇਹਨੂੰ ਕਹਾਂ ਦ ਪ੍ਰਿੰਸੀਪਲਸ ਆਫ ਲਿਵਿੰਗ ਏ ਲਾਈਫ। ਇਹ 5 ਸਫ਼ੇ ਦਾ ਲੇਖ ਹੈਗਾ, ਸੋ ਇਹਨੂੰ ਵੱਧ ਤੋਂ ਵੱਧ ਜਿਹੜੇ ਹੈਗੇ ਆ ਉਹ 4 ਜਾਂ 4.5 ਜਾਂ 5 ਮਿੰਟ ਲੱਗਣਗੇ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਤੁਹਾਡਾ ਟੈਲੀਫੋਨ ਕਾਲਸ ਦੇ ਰਾਹੀਂ ਜਿਹੜਾ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੂੰਗਾ। ਜੇ ਤੁਸੀਂ ਬਰਤਾਨੀਆ ਤੋਂ ਟੈਲੀਫੋਨ ਕਰ ਰਹੇ ਹੈਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਜਿਹੜਾ ਨੰਬਰ ਸਾਡਾ ਥੱਲੇ ਸਕਰੀਨ 'ਤੇ ਵੀ ਆ ਰਿਹਾ ਹੈਗਾ 0121502430 ਅਤੇ ਜੇ ਤੁਸੀਂ ਬਾਹਰੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ ਮੋਰੇ 0044 ਨੰਬਰ ਲਾਉਣਾ ਪਊਗਾ। ਅਤੇ ਇਹ ਜਿਹੜਾ ਜਿਊਣ ਦੇ ਤੱਤ ਹੈ ਇਹਦੇ ਬਾਰੇ ਮੈਂ ਇਸ ਤਰ੍ਹਾਂ ਬਿਆਨ ਕੀਤਾ। ਵਾਰਨ ਬੱਫੇ ਦੁਨੀਆ ਦੇ ਚੋਟੀ ਦੇ ਅਮੀਰ ਆਦਮੀਆਂ ਵਿੱਚੋਂ ਇੱਕ ਹੈ। ਵਾਰਨ ਨੇ $31 ਬਿਲੀਅਨ ਚੈਰਿਟੀ ਨੂੰ ਦਾਨ ਕੀਤੇ ਹਨ। ਉਹਨੇ ਆਪਣੀ CNBC ਟੈਲੀਵਿਜ਼ਨ 'ਤੇ 1 ਘੰਟੇ ਦੀ ਇੰਟਰਵਿਊ 'ਤੇ ਜੋ ਕੁਝ ਦੱਸਿਆ ਸਾਡੇ ਸਾਰਿਆਂ ਲਈ ਲਾਹੇਵੰਦ ਤਾਂ ਹੋ ਹੀ ਸਕਦਾ ਹੈ, ਸਗੋਂ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਅਗਵਾਈ ਦੇ ਸਕਦੇ ਹਾਂ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੀਆਂ ਕੜਵੀਆਂ ਸੱਚਾਈਆਂ ਮਹਾਨ ਪੁਰਸ਼ਾਂ ਦੀਆਂ ਜੀਵੀਆਂ ਤੋਂ ਹੀ ਸਿੱਖੀਆਂ ਜਾਂਦੀਆਂ ਹਨ। ਆਓ ਵਾਰਨ ਬੱਫੇ ਦੀ ਜ਼ਿੰਦਗੀ ਤੋਂ ਕੁਝ ਸਿੱਖੀਏ। ਨੰਬਰ 1, ਵਾਰਨ ਅਜੇ ਸਿਰਫ 11 ਵਰ੍ਹੇ ਦਾ ਹੀ ਸੀ ਜਦੋਂ ਉਹਨੇ ਇਨਵੈਸਟਮੈਂਟ ਲਈ ਪਹਿਲਾ ਸ਼ੇਅਰ ਖਰੀਦਿਆ ਸੀ, ਯਾਨੀ ਭਵਿੱਖ ਵਿੱਚ ਜ਼ਿਆਦਾ ਪੈਸੇ ਬਣਾ ਸਕਣ ਉਹਦੇ ਲਈ ਬਹੁਤ ਥੋੜ੍ਹੀ ਪੂੰਜੀ ਲਾਈ ਸੀ। ਉਸ ਵੇਲੇ ਚੀਜ਼ਾਂ ਬੜੀਆਂ ਸਸਤੀਆਂ ਸਨ, ਪਰ ਉਹਦੇ ਤਜਰਬੇ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਸਾਨੂੰ ਆਪਣੀ ਔਲਾਦ ਨੂੰ ਠੀਕ ਢੰਗ ਨਾਲ ਪੈਸੇ ਬਚਾਉਣ ਅਤੇ ਉਹਨਾਂ ਨੂੰ ਇਨਵੈਸਟਮੈਂਟ ਕਰਨ ਵੱਲ ਛੋਟੀ ਉਮਰ ਤੋਂ ਹੀ ਲਾ ਦੇਣਾ ਚਾਹੀਦਾ ਹੈ। ਨੰਬਰ 2, ਵਾਰਨ ਨੇ 14 ਸਾਲ ਦੀ ਉਮਰ ਵਿੱਚ ਉਹਨਾਂ ਬਚਾਏ ਹੋਏ ਪੈਸਿਆਂ ਨਾਲ ਇੱਕ ਫਾਰਮ ਖਰੀਦ ਲਿਆ ਜੋ ਉਹਨੇ ਅਖਬਾਰਾਂ ਨੂੰ ਲੋਕਾਂ ਦੇ ਘਰਾਂ ਵਿੱਚ ਸਿੱਟਣ ਦੇ ਕੰਮ ਤੋਂ ਬਚਾਏ ਸਨ। ਇਸ ਗੱਲ ਤੋਂ ਸਬਕ ਸਿੱਖਣ ਵਾਲੀ ਗੱਲ ਇਹ ਹੈ ਕਿ ਥੋੜ੍ਹੀ ਜਿਹੀ ਪੂੰਜੀ ਨਾਲ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਹਨ ਜੋ ਬਾਅਦ ਵਿੱਚ ਵੇਚਣ 'ਤੇ ਕਾਫੀ ਮੁਨਾਫਾ ਦੇ ਸਕਦੀਆਂ ਹਨ। ਇਸ ਤੋਂ ਇਹ ਵੀ ਸਬਕ ਮਿਲਦਾ ਹੈ ਕਿ ਆਪਣੇ ਬੱਚਿਆਂ ਨੂੰ ਕਿਸੇ ਕਿਸਮ ਦਾ ਵਪਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰੋ। ਨੰਬਰ 3, ਵਾਰਨ ਅੱਜ ਵੀ ਆਪਣੇ ਛੋਟੇ ਜਿਹੇ 3 ਸੌਣ ਵਾਲੇ ਕਮਰਿਆਂ ਵਿੱਚ ਮਿਡ ਟਾਊਨ ਓਮਾਰਾ ਵਿਖੇ ਰਹਿੰਦਾ ਹੈ। ਇਹ ਛੋਟਾ ਜਿਹਾ ਘਰ ਉਹਨੇ ਉਸ ਵੇਲੇ ਲਿਆ ਸੀ ਜਦ 50 ਸਾਲ ਪਹਿਲਾਂ ਉਹਨੇ ਵਿਆਹ ਕਰਾਇਆ ਸੀ। ਵਾਰਨ ਦਾ ਕਹਿਣਾ ਹੈ ਕਿ ਉਸ ਘਰ ਵਿੱਚ ਉਸ ਕੋਲ ਉਹ ਸਭ ਕੁਝ ਹੈ ਜੋ ਵੀ ਉਹਨੂੰ ਚਾਹੀਦਾ ਹੈ।
ਉਹਦੇ ਘਰ ਦੇ ਆਲੇ ਦੁਆਲੇ ਨਾ ਤਾਂ ਕੋਈ ਚਾਰ ਦੀਵਾਰੀ ਵਾਲੀ ਕੰਧ ਹੀ ਕੀਤੀ ਹੋਈ ਹੈ ਅਤੇ ਨਾ ਹੀ ਉਹਨੂੰ ਕਿਸੇ ਫੈਂਸ ਨਾਲ ਬਗਲਿਆ ਹੋਇਆ ਹੈ। ਇਸ ਤੋਂ ਇਹ ਸਬਕ ਸਿੱਖਿਆ ਜਾ ਸਕਦਾ ਹੈ ਕਿ ਜਿਸ ਚੀਜ਼ ਦੀ ਤੁਹਾਨੂੰ ਲੋੜ ਹੋਵੇ ਸਿਰਫ ਉਹ ਹੀ ਖਰੀਦੋ ਅਤੇ ਇਸ ਤੋਂ ਜ਼ਿਆਦਾ ਚੀਜ਼ਾਂ ਬਿਲਕੁਲ ਨਾ ਖਰੀਦੋ। ਆਪਣੇ ਬੱਚਿਆਂ ਦੀ ਸੋਚਣੀ ਵੀ ਇਸੇ ਤਰ੍ਹਾਂ ਦੀ ਹੀ ਬਣਾਓ ਅਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਕਰਨ ਲਈ ਉਤਸ਼ਾਹਿਤ ਕਰੋ। ਨੰਬਰ 4, ਵਾਰਨ ਆਪਣੀ ਕਾਰ ਆਪ ਚਲਾਉਂਦਾ ਹੈ। ਨਾ ਤਾਂ ਉਹਦੇ ਕੋਲ ਕੋਈ ਕਾਰ ਚਲਾਉਣ ਲਈ ਡਰਾਈਵਰ ਹੈ ਅਤੇ ਨਾ ਹੀ ਉਹਨੂੰ ਸੁਰੱਖਿਆ ਦੇਣ ਲਈ ਕੋਈ ਬਾਡੀਗਾਰਡ ਜਾਂ ਸਿਕਿਉਰਿਟੀ ਗਾਰਡ ਹੈ। ਇਸ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਉਹ ਹੀ ਹੋ ਜੋ ਤੁਸੀਂ ਹੋ, ਆਪਣੇ ਹੋਰ ਖੰਭ ਖਿਲਾਰਨ ਦੀ ਲੋੜ ਨਹੀਂ ਹੈ। ਨੰਬਰ 5, ਵਾਰਨ ਕਦੇ ਵੀ ਨਿੱਜੀ ਹਵਾਈ ਜਹਾਜ਼ ਰਾਹੀਂ ਯਾਤਰਾ ਨਹੀਂ ਕਰਦਾ, ਜਦੋਂ ਕਿ ਉਹ ਦੁਨੀਆ ਭਰ 'ਚੋਂ ਸਭ ਤੋਂ ਵੱਡੀ ਹਵਾਈ ਜਹਾਜ਼ਾਂ ਦੀ ਕੰਪਨੀ ਦਾ ਮਾਲਕ ਹੈ। ਇਸ ਤੋਂ ਸਬਕ ਸਿੱਖਿਆ ਜਾ ਸਕਦਾ ਹੈ ਕਿ ਥੋੜ੍ਹੇ ਪੈਸਿਆਂ ਨਾਲ ਯਾਨੀ ਸੰਕੋਚ ਅਤੇ ਸੰਜਮ ਨਾਲ ਜ਼ਿੰਦਗੀ ਦੀਆਂ ਲੋੜਾਂ ਨੂੰ ਕਿਵੇਂ ਪੂਰਾ ਕਰ ਸਕਦੇ ਹੋ। ਨੰਬਰ 6, ਵਾਰਨ ਦੀ ਕੰਪਨੀ ਬਰਕਸ਼ਾਇਰ ਹਾਥਵੇ 63 ਕੰਪਨੀਆਂ ਦਾ ਸਮੂਹ ਹੈ। ਵਾਰਨ ਇਹਨਾਂ ਕੰਪਨੀਆਂ ਦੇ ਮੁਖੀਆਂ ਨੂੰ ਸਿਰਫ ਸਾਲ ਵਿੱਚ ਇੱਕ ਚਿੱਠੀ ਲਿਖਦਾ ਹੈ ਅਤੇ ਉਸ ਚਿੱਠੀ ਵਿੱਚ ਉਸ ਸਾਲ ਦੇ ਟੀਚੇ ਮਿਥੇ ਹੁੰਦੇ ਹਨ। ਵਾਰਨ ਨਾ ਤਾਂ ਕਦੇ ਮੀਟਿੰਗਾਂ ਬੁਲਾਉਂਦਾ ਹੈ ਅਤੇ ਨਾ ਹੀ ਉਹਨਾਂ ਨੂੰ ਵਾਰ-ਵਾਰ ਫੋਨ ਕਰਦਾ ਹੈ। ਇਸ ਤੋਂ ਸਿੱਖਿਆ ਇਹ ਜਾ ਸਕਦਾ ਹੈ ਕਿ ਨੌਕਰੀ ਮੁਤਾਬਕ ਯੋਗ ਲੋਕਾਂ ਦੀ ਨਿਯੁਕਤੀ ਕਰੋ। ਨੰਬਰ 7, ਵਾਰਨ ਨੇ ਕੰਪਨੀਆਂ ਦੇ ਮੁਖੀਆਂ ਨੂੰ ਸਿਰਫ 2 ਸਿਧਾਂਤ ਦਿੱਤੇ ਹਨ। ਨੰਬਰ 1, ਕਦੇ ਵੀ ਉਹਨਾਂ ਲੋਕਾਂ ਦਾ ਪੈਸਾ ਘਾਟੇ ਵਿੱਚ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਨੇ ਉਹ ਪੈਸਾ ਤੁਹਾਡੀ ਕੰਪਨੀ ਵਿੱਚ ਨਿਵੇਸ਼ ਕੀਤਾ ਹੈ। ਨੰਬਰ 2, ਉੱਪਰਲਾ ਸਿਧਾਂਤ ਕਦੇ ਵੀ ਨਾ ਭੁਲਾਇਆ ਜਾਵੇ। ਇਸ ਤੋਂ ਇਹ ਸਬਕ ਸਿੱਖਿਆ ਜਾ ਸਕਦਾ ਹੈ ਕਿ ਜਦ ਟੀਚੇ ਮਿਥ ਲਏ ਜਾਣ ਤਾਂ ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੰਮ ਕਰਨ ਵਾਲਿਆਂ ਦਾ ਸਾਰਾ ਧਿਆਨ ਬਸ ਉਸ ਟੀਚੇ ਨੂੰ ਪ੍ਰਾਪਤ ਕਰਨ 'ਤੇ ਹੀ ਕੇਂਦਰਿਤ ਰਹੇ। ਨੰਬਰ 7, ਵਾਰਨ ਕਦੇ ਵੀ ਵੱਡੇ ਲੋਕਾਂ ਜਾਂ ਹਾਈ ਸੁਸਾਇਟੀ ਦੀ ਭੀੜ ਨਾਲ ਮਿਲਦਾ ਗਿਲਦਾ ਨਹੀਂ। ਉਹ ਆਪਣੇ ਘਰ ਵਿੱਚ ਜਾ ਕੇ TV ਦੇਖਦਾ ਹੈ ਅਤੇ ਛੱਲੀਆਂ ਦੇ ਦਾਣੇ ਭੁੰਨਦਾ ਹੈ। ਇਸ ਤੋਂ ਪਾਠ ਇਹ ਸਿੱਖਿਆ ਜਾ ਸਕਦਾ ਹੈ ਕਿ ਦਿਖਾਵਾ ਬਿਲਕੁਲ ਨਾ ਕਰੋ ਅਤੇ ਜੋ ਵੀ ਤੁਸੀਂ ਹੋ ਬਸ ਉਹ ਹੀ ਰਹੋ ਅਤੇ ਉਹ ਕੰਮ ਕਰੋ ਜੋ ਕਰਕੇ ਤੁਸੀਂ ਆਨੰਦ ਮਾਣਦੇ ਹੋ। ਨੰਬਰ 8, ਵਾਰਨ ਕਦੇ ਵੀ ਮੋਬਾਈਲ ਫੋਨ ਨਹੀਂ ਵਰਤਦਾ ਅਤੇ ਨਾ ਹੀ ਉਹਦੇ ਡੈਸਕ 'ਤੇ ਕੋਈ ਕੰਪਿਊਟਰ ਹੈ। ਬਿਲ ਗੇਟਸ ਦੁਨੀਆ ਦਾ ਚੋਟੀ ਦਾ ਅਮੀਰ ਆਦਮੀ ਉਹਨੂੰ ਸਿਰਫ 5 ਸਾਲ ਪਹਿਲਾਂ ਮਿਲਿਆ ਸੀ। ਉਹਨੂੰ ਲੱਗਦਾ ਸੀ ਕਿ ਵਾਰਨ ਬੱਫੇ ਨਾਲ ਉਹਦੀ ਮੀਜ਼ਾ ਨਹੀਂ ਮਿਲਦੀ ਅਤੇ ਇਸੇ ਕਰਕੇ ਉਹਨੇ ਸਿਰਫ ਅੱਧੇ ਘੰਟੇ ਲਈ ਆਪਣੀ ਮੀਟਿੰਗ ਨਿਸ਼ਚਿਤ ਕੀਤੀ ਸੀ। ਪਰ ਜਦ ਬਿਲ ਗੇਟਸ ਉਹਨੂੰ ਮਿਲਿਆ ਤਾਂ ਉਹ ਵਾਰਨ ਕੋਲ 10 ਘੰਟੇ ਬਿਠਾ ਰਿਹਾ ਅਤੇ ਉਸ ਤੋਂ ਬਾਅਦ ਉਹਦਾ ਪੱਕਾ ਮਰੀਦ ਬਣ ਗਿਆ। ਵਾਰਨ ਬੱਫੇ ਦੀ ਨੌਜਵਾਨਾਂ ਨੂੰ ਨਸੀਹਤ ਹੈ, ਬੈਂਕ ਕਰਜ਼ਿਆਂ ਅਤੇ ਕ੍ਰੈਡਿਟ ਕਾਰਡਾਂ ਤੋਂ ਦੂਰ ਰਹੋ ਅਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਵਿੱਚ ਸਮਾਂ ਗੁਜ਼ਾਰੋ, ਕਿਉਂਕਿ ਧਨ ਦੌਲਤ ਨੇ ਇਨਸਾਨ ਨੂੰ ਨਹੀਂ ਪੈਦਾ ਕੀਤਾ, ਸਗੋਂ ਇਹ ਇਨਸਾਨ ਹੀ ਹੈ ਜਿਹਨੇ ਧਨ ਦੌਲਤ ਨੂੰ ਪੈਦਾ ਕੀਤਾ ਹੈ। ਜ਼ਿੰਦਗੀ ਨੂੰ ਜਿੰਨਾ ਸਾਦਾ ਜੀਵਿਆ ਜਾ ਸਕਦਾ ਹੈ ਸਾਦਾ ਬਣਾਇਆ ਜਾਵੇ। ਲੋਕਾਂ ਨੂੰ ਸੁਣੋ ਜ਼ਰੂਰ, ਪਰ ਉਹ ਨਾ ਕਰੋ ਜੋ ਕਹਿੰਦੇ ਹਨ, ਸਗੋਂ ਕਰੋ ਉਹ ਜੋ ਤੁਹਾਨੂੰ ਚੰਗਾ ਲੱਗਦਾ ਹੈ। ਵੱਡੇ ਵੱਡੇ ਨਾਵਾਂ ਵਾਲੀਆਂ ਚੀਜ਼ਾਂ ਨੂੰ ਹਾਸਲ ਕਰਨ ਵੱਲ ਦੌੜ ਨਾ ਲਾਓ, ਸਗੋਂ ਉਹੀ ਕੱਪੜੇ, ਜੁੱਤੇ ਅਤੇ ਚੀਜ਼ਾਂ ਪਹਿਨੋ ਜਿਨ੍ਹਾਂ ਵਿੱਚ ਤੁਸੀਂ ਆਰਾਮਦਾਇਕ ਮਹਿਸੂਸ ਕਰਦੇ ਹੋ। ਫਜ਼ੂਲ ਚੀਜ਼ਾਂ 'ਤੇ ਆਪਣਾ ਧਨ ਬਿਲਕੁਲ ਨਾ ਬਰਬਾਦ ਕਰੋ, ਸਗੋਂ ਉਹਨਾਂ ਚੀਜ਼ਾਂ 'ਤੇ ਪੈਸਾ ਖਰਚੋ ਜੋ ਚੀਜ਼ਾਂ ਤੁਹਾਡੇ ਲਈ ਜ਼ਰੂਰੀ ਹਨ। ਦੇਖਿਆ ਜਾਵੇ ਤਾਂ ਗੱਲ ਹੈ ਵੀ ਠੀਕ ਕਿ ਜ਼ਿੰਦਗੀ ਤੁਹਾਡੀ ਹੈ, ਫਿਰ ਇਹਦਾ ਕੋਈ ਹੋਰ ਚਾਲਕ ਕਿਉਂ ਬਣੇ ਅਤੇ ਤੁਸੀਂ ਕਿਸੇ ਨੂੰ ਇਹਦਾ ਮੌਕਾ ਵੀ ਕਿਉਂ ਦੇਵੋ। ਦੁਨੀਆ ਦੇ ਖੁਸ਼ ਰਹਿਣ ਵਾਲੇ ਲੋਕਾਂ ਕੋਲ ਭਾਵੇਂ ਬਹੁਤ ਚੀਜ਼ਾਂ ਨਾ ਹੋਣ, ਪਰ ਉਹ ਉਹਨਾਂ ਚੀਜ਼ਾਂ ਨਾਲ ਸਬਰ ਸੰਤੋਖ ਕਰ ਲੈਂਦੇ ਹਨ ਜੋ ਉਹਨਾਂ ਕੋਲ ਹੁੰਦੀਆਂ ਹਨ। ਹੁਣ ਕੁਝ ਗੱਲਾਂ ਮੈਂ ਜਾਰਜ ਵਾਸ਼ਿੰਗਟਨ, ਜੋ ਕਿ ਅਮਰੀਕਾ ਦਾ ਪਹਿਲਾ ਪ੍ਰਧਾਨ ਸੀ, ਦੀਆਂ ਵੀ ਸਾਂਝੀਆਂ ਕਰਨਾ ਚਾਹੁੰਦਾ। ਜਾਰਜ ਵਾਸ਼ਿੰਗਟਨ ਦੀ ਜੀਵਨੀ ਜੋਸਫ ਐਲਿਸ ਨੇ ਲਿਖੀ ਹੈ ਅਤੇ ਇਹ ਕਿਤਾਬ ਪੜ੍ਹਨ ਦੇ ਯੋਗ ਹੈ। ਇਸ ਕਿਤਾਬ ਦਾ ਜ਼ਿਕਰ ਹੈ ਕਿ ਜਾਰਜ ਵਾਸ਼ਿੰਗਟਨ ਨੇ ਇੱਕ ਸੂਚੀ ਤਿਆਰ ਕੀਤੀ ਸੀ ਅਤੇ ਇਸ ਸੂਚੀ ਦਾ ਨਾਂ ਸੀ ਲੋਕਾਂ ਨਾਲ ਮੇਲ ਮਿਲਾਪ ਅਤੇ ਗੱਲਬਾਤ ਵੇਲੇ ਸਾਊ ਅਤੇ ਸੱਭਿਅਕ ਵਰਤਾਵ ਰੱਖਣ ਦੇ ਨਿਯਮ, ਜਿਹਨੂੰ ਅੰਗਰੇਜ਼ੀ ਵਿੱਚ ਰੂਲਸ ਆਫ ਸਿਵਿਲਿਟੀ ਐਂਡ ਡੀਸੈਂਟ ਬਿਹੇਵੀਅਰ ਇਨ ਕੰਪਨੀ ਐਂਡ ਕਨਵਰਸੇਸ਼ਨ। ਲੇਖਕ A.J. ਜੈਕੋਬ ਦਾ ਕਹਿਣਾ ਹੈ ਕਿ ਇਹ ਨਿਯਮ ਅਸਲ ਵਿੱਚ ਫ੍ਰੈਂਚ ਜੈਸੂਇਟ ਨੇ 16ਵੀਂ ਸਦੀ ਵਿੱਚ ਲਿਖੇ ਸਨ ਅਤੇ ਜਾਰਜ ਵਾਸ਼ਿੰਗਟਨ ਨੇ ਬੜੀ ਮਿਹਨਤ ਨਾਲ ਆਪਣੀ ਨੋਟਬੁੱਕ ਵਿੱਚ ਇਹਨਾਂ ਨੂੰ ਉਲੀਕਿਆ ਸੀ। ਲੇਖਕ ਜੈਕੋਬ ਇਸ ਗੱਲ ਨੂੰ ਆਪਣੀ ਕਿਤਾਬ ਦ ਗਿਨੀ ਪਿਗ ਡਾਇਰੀਜ਼ ਵਿੱਚ ਲਿਖਦਾ ਹੈ।
ਇਹ ਕੁੱਲ 110 ਨਿਯਮ ਹਨ, ਪਰ ਇਹਨਾਂ ਵਿੱਚੋਂ ਮੈਂ ਕੁਝ ਹੀ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਕਿਉਂਕਿ ਅੱਜ ਦੇ ਹਾਲਾਤਾਂ ਵਿੱਚ ਇਹ ਜ਼ਿਆਦਾ ਢੁਕਵੇਂ ਹਨ। ਲਿਸਟ ਵਿੱਚ ਇਹ 49ਵਾਂ ਨਿਯਮ ਹੈ ਕਿ ਕਦੇ ਵੀ ਬਦਤਮੀਜ਼ੀ ਵਾਲੀ ਭਾਸ਼ਾ ਨਾ ਬੋਲੋ ਅਤੇ ਨਾ ਹੀ ਕਿਸੇ ਨੂੰ ਬੁਰਾ ਭਲਾ ਕਹੋ ਅਤੇ ਨਾ ਹੀ ਸਰਾਪਿਆ ਅਤੇ ਧਰਕਾਰਿਆ ਜਾਵੇ। ਇਸ ਨਿਯਮ ਨੂੰ ਅਗਰ ਅਸੀਂ ਪੰਜਾਬੀ ਜਾਂ ਭਾਰਤੀ ਸੰਦਰਭ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਨਿਰਾਸ਼ਾ ਹੀ ਹੋਵੇਗੀ। ਇਹ ਗੱਲ ਬਹੁਤੇ ਸਧਾਰਨ ਲੋਕਾਂ ਅਤੇ ਨੇਤਾਵਾਂ 'ਤੇ ਵੀ ਢੁਕਦੀ ਹੈ। ਬਹੁਤੇ ਲੋਕ ਕਿਸੇ ਦੀ ਪਿੱਠ ਪਿੱਛੇ ਉਹਦਾ ਮਾਹੌਲ ਉਡਾ ਕੇ ਮਜ਼ਾ ਲੈਂਦੇ ਹਨ। ਕਿਸੇ ਦੀ ਖੁਸ਼ਾਮਦ ਨਾ ਕੀਤੀ ਜਾਵੇ ਅਤੇ ਉਹਨਾਂ ਲੋਕਾਂ ਨਾਲ ਮੇਲ ਜੋਲ ਨਾ ਰੱਖਿਆ ਜਾਵੇ ਜੋ ਖੁਸ਼ਾਮਦ ਕਰਕੇ ਜਾਂ ਕਰਵਾ ਕੇ ਖੁਸ਼ ਹੁੰਦੇ ਹਨ। ਇਹ 17ਵਾਂ ਨਿਯਮ ਹੈ। ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਖੁਸ਼ਾਮਦ ਕਰਾਉਣਾ ਇਨਸਾਨੀ ਕਮਜ਼ੋਰੀ ਹੈ। ਆਮ ਕਰਕੇ ਖੁਸ਼ਾਮਦੀਆਂ ਦੀ ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਬਿਮਾਰੀ ਦੀਆਂ ਸ਼ਿਕਾਰ ਹਨ। ਸਾਨੂੰ ਵੀ ਪਤਾ ਹੈ ਕਿ ਖੁਸ਼ਾਮਦੀ ਲੋਕ ਸਿਆਸਤ ਦੇ ਡੰਡਿਆਂ ਉੱਪਰ ਜਲਦੀ ਛੜੱਪਾ ਮਾਰ ਜਾਂਦੇ ਹਨ, ਪਰ ਜਿਹੜੇ ਸੱਚ ਦਾ ਪੱਲਾ ਫੜੀ ਰੱਖਦੇ ਹਨ ਉਹਨਾਂ ਦਾ ਜਲਦੀ ਹੀ ਪੱਤਾ ਸਾਫ਼ ਕਰਤਾ ਜਾਂਦਾ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਸੱਚ ਆਖਰਕਾਰ ਇੱਕ ਦਿਨ ਬਾਹਰ ਆ ਹੀ ਜਾਂਦਾ ਹੈ ਅਤੇ ਫਿਰ ਸਾਰੇ ਲੋਕ ਉਹਦੀ ਜੈ ਜੈਕਾਰ ਕਰਦੇ ਹਨ। ਨਿਯਮ 89 ਪਿੱਠ ਪਿੱਛੇ ਕਿਸੇ ਦੀ ਬੁਰਾਈ ਨਾ ਕੀਤੀ ਜਾਵੇ ਕਿਉਂਕਿ ਇਹ ਬੇਇਨਸਾਫੀ ਹੈ। ਇਹ ਵਰਤਾਰਾ ਅਸੀਂ ਆਪਣੇ ਸਮਾਜ ਵਿੱਚ ਆਮ ਦੇਖਦੇ ਹਾਂ। ਵੱਡੀਆਂ ਨੌਕਰੀਆਂ ਅਤੇ ਰੁਤਬਿਆਂ ਵਾਲੇ ਲੋਕ ਆਪਣੇ ਵਿਰੋਧੀਆਂ ਦਾ ਅਕਸਰ ਪਿੱਠ ਪਿੱਛੇ ਮਖੌਲ ਉਡਾਉਂਦੇ ਹਨ। ਹੁਣ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ ਇਹ ਨੇਤਾ ਸਾਨੂੰ ਕੀ ਸੇਧ ਦੇ ਸਕਦੇ ਹਨ। ਅਗਰ ਵਿਰੋਧੀ ਵਿੱਚ ਸਦਭਾਵਨਾ ਅਤੇ ਚੰਗਾ ਅਖਲਾਕ ਹੈ ਤਾਂ ਕੀ ਕਦੇ ਇਹਨਾਂ ਲੋਕਾਂ ਇਹਨਾਂ ਗੁਣਾਂ ਦੀ ਉਹਦੇ ਸਾਹਮਣੇ ਆਮ ਲੋਕਾਂ ਦੇ ਇਕੱਠ ਵਿੱਚ ਜਾਂ ਪਿੱਠ ਪਿੱਛੇ ਵੀ ਤਾਰੀਫ ਕੀਤੀ ਹੈ। ਇਸ ਨਿਯਮ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਅਗਰ ਸਾਨੂੰ ਕਿਸੇ ਦੀ ਨੁਕਤਾਚੀਨੀ ਕਰਨੀ ਪੈ ਜਾਵੇ ਤਾਂ ਇਹ ਉਹਦੇ ਸਾਹਮਣੇ ਕੀਤੀ ਜਾਵੇ ਤਾਂ ਕਿ ਉਹ ਆਪਣਾ ਪੱਖ ਵੀ ਦੱਸ ਕੇ ਗੱਲ ਦਾ ਨਿਤਾਰਾ ਕਰ ਸਕੇ। ਨਿਯਮ ਨੰਬਰ 25 ਦਿਖਾਵੇ ਦੀ ਪ੍ਰਸ਼ੰਸਾ ਅਤੇ ਪਿਆਰ ਤੋਂ ਬਚਿਆ ਜਾਵੇ। ਜੋ ਇਹਨਾਂ ਦੇ ਹੱਕਦਾਰ ਹਨ ਉਸ ਤੋਂ ਮੂੰਹ ਨਾ ਮੁੜਿਆ ਜਾਵੇ। ਅਸੀਂ ਸਮਾਜ ਵਿੱਚ ਦੇਖਦੇ ਹਾਂ ਕਿ ਕਈ ਲੋਕਾਂ ਦੀ ਝੂਠੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਜਦੋਂ ਕਿ ਉਹ ਲੋਕ ਉਸ ਪ੍ਰਸ਼ੰਸਾ ਦੇ ਹੱਕਦਾਰ ਵੀ ਨਹੀਂ ਹੁੰਦੇ। ਦੇਖਣ ਵਾਲੀ ਗੱਲ ਇਹ ਹੈ ਕਿ ਇਹੋ ਜਿਹੇ ਵਰਤਾਰੇ ਲਈ ਕਿੰਨੇ ਲੋਕ ਤੜਫਦੇ ਹਨ। ਅਸੀਂ ਦੇਖਦੇ ਹਾਂ ਕਿ ਉਹਨਾਂ ਲੋਕਾਂ ਨੂੰ ਡਾਕਟਰੇਟ ਦੀਆਂ ਡਿਗਰੀਆਂ ਦੇ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਸਕੂਲੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਹੁੰਦੀ, ਜਦੋਂ ਕਿ ਕਈ ਇਹੋ ਜਿਹੇ ਲੋਕ ਹੁੰਦੇ ਹਨ ਜਿਹੜੇ ਇਹੋ ਜਿਹੀ ਇੱਜ਼ਤ ਮਾਣ ਦੇ ਹੱਕਦਾਰ ਹੁੰਦੇ ਹਨ ਪਰ ਉਹਨਾਂ ਦੀ ਬਾਤ ਤੱਕ ਨਹੀਂ ਪੁੱਛੀ ਜਾਂਦੀ। ਇਸ ਤੋਂ ਬਿਨਾਂ ਪੈਸੇ ਦੇ ਕੇ ਕਈ ਖਿਤਾਬ ਲੈ ਜਾਂਦੇ ਹਨ ਅਤੇ ਗਰਜਾਂ ਕਰਕੇ ਇਹ ਖਿਤਾਬ ਦਿੱਤੇ ਵੀ ਜਾਂਦੇ ਹਨ। ਨਿਯਮ ਨੰਬਰ 10 ਆਪਣੀ ਜ਼ਮੀਰ ਨੂੰ ਵੇਚੋ ਨਾ ਸਗੋਂ ਇਹਦੀ ਲਾਟ ਨੂੰ ਜਗਦਿਆਂ ਰੱਖੋ। ਆਪਣੇ ਸਮਾਜਿਕ ਵਰਤਾਰੇ ਵਿੱਚ ਕਿੰਨੇ ਐਸੇ ਲੋਕ ਹਨ ਜੋ ਆਪਣੀ ਜ਼ਮੀਰ 'ਤੇ ਖੜ੍ਹੇ ਰਹਿੰਦੇ ਹਨ। ਨਹੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਆਪਾਂ ਜਾਣਦੇ ਹਾਂ ਜਿਹੜੇ ਝੱਟ ਆਪਣੀ ਜ਼ਮੀਰ ਨੂੰ ਵੇਚ ਦਿੰਦੇ ਹਨ। ਸੱਚੀ ਨੂੰ ਸੱਚੀ ਅਤੇ ਝੂਠੀ ਨੂੰ ਝੂਠੀ ਗੱਲ ਕਹਿਣ ਵਾਲੇ ਲੋਕਾਂ ਦੀ ਵੀ ਆਪਾਂ ਨੂੰ ਹੀ ਨਿਸ਼ਾਨਦੇਹੀ ਕਰਨੀ ਪਵੇਗੀ। ਦੱਸਿਆ ਜਾਂਦਾ ਹੈ ਕਿ ਜਾਰਜ ਵਾਸ਼ਿੰਗਟਨ ਨੇ ਸਿਰਫ ਇਹਨਾਂ 5 ਨਿਯਮਾਂ ਦਾ ਹੀ ਸਾਰੀ ਉਮਰ ਪਾਲਣਾ ਨਹੀਂ ਸੀ ਕੀਤਾ, ਸਗੋਂ ਬਾਕੀ ਦੇ 105 ਨਿਯਮਾਂ ਨੂੰ ਵੀ ਆਪਣੇ ਜੀਵਨ ਚਾਲ ਦਾ ਇੱਕ ਅਨਿੱਖੜਵਾਂ ਅੰਗ ਬਣਾਈ ਰੱਖਿਆ ਹੋਇਆ ਸੀ। ਕੀ ਅਸੀਂ ਆਪਣੇ ਦੁਆਲੇ ਦੇ ਲੋਕਾਂ ਵਿੱਚੋਂ ਅਤੇ ਤਵਾਰੀਖ ਵਿੱਚੋਂ ਐਸੇ ਲੋਕਾਂ ਦੀ ਨਿਸ਼ਾਨਦੇਹੀ ਕਰ ਸਕਦੇ ਹਾਂ ਜੋ ਜਾਰਜ ਵਾਸ਼ਿੰਗਟਨ ਵਾਂਗ ਮਿਸਾਲੀ ਜੀਵਨ ਜਿਉਂਦੇ ਰਹੇ ਸਨ। ਇਹ ਤਾਂ ਸੀ ਮੇਰਾ ਲੇਖ ਜਿਹੜਾ ਅੱਜ ਤੁਹਾਨੂੰ ਮੈਂ ਸਾਂਝਾ ਕੀਤਾ, ਅਤੇ ਹੁਣ ਮੈਂ ਕਿ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਜਿਹੜਾ ਹੈਗਾ ਇੱਕ ਸੰਵਾਦ ਰਚਾ ਸਕੀਏ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ ਤੁਹਾਡਾ ਵੈਲਕਮ ਹੈ। ਕੀ ਕਹਿਣਾ ਚਾਹੋਗੇ ਅੱਜ ਦੇ? ਬਹੁਤ ਜਿਹੜਾ ਆਪਣੇ ਬਾਰਨ ਦੀ ਗੱਲ ਕੀਤੀ ਹੈ। ਹਾਂਜੀ, ਦੇਖੋ ਇਹ ਜਿੰਨੇ ਵੀ ਪਰਿਵਰਤਨ ਆਏ ਆ ਦੁਨੀਆ 'ਚ ਉਹਦੇ ਪਿੱਛੇ ਕਿਸੇ ਮਹਾਨ ਵਿਅਕਤੀ ਦਾ ਜਾਣੀ ਭੂਮਿਕਾ ਹੁੰਦੀ ਆ। ਹਾਂਜੀ, ਕਿਉਂਕਿ ਉਹ ਮਹਾਨ ਇਸ ਕਰਕੇ ਬਣਦਾ ਵੀ ਪਹਿਲਾਂ ਜੇ ਉਹਦੀ ਜੀਵਨ ਸ਼ੈਲੀ ਆਪ ਠੀਕ ਹੋਵੇ। ਕਿਉਂਕਿ ਜੇ ਕਿਸੇ ਦੀ ਜੀਵਨ ਸ਼ੈਲੀ ਠੀਕ ਨਹੀਂ ਤਾਂ ਫਿਰ ਤਾਂ ਉਹ ਕੁਝ ਵੀ ਨਹੀਂ ਕਰ ਸਕਦਾ। ਹਾਂਜੀ ਹਾਂਜੀ, ਕਿਉਂਕਿ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਆਹ ਜਿਹੜਾ ਮੁਲਕ ਆ, ਜਿਹੜਾ ਇੱਥੇ ਇੰਡਸਟਰੀਅਲ ਰੈਵੋਲੂਸ਼ਨ ਆਇਆ, ਤੁਸੀਂ ਦੇਖੋ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਕ੍ਰਾਂਤੀ ਆਈ ਹੈ, ਜਿਹੜਾ ਇੱਥੇ ਦਾ ਇੰਡਸਟਰੀਅਲ ਰੈਵੋਲੂਸ਼ਨ ਆ, ਇਹਨੇ ਕਿੰਨਾ ਲੋਕਾਂ ਨੂੰ ਰੁਜ਼ਗਾਰ ਦਿੱਤਾ। ਬਿਲਕੁਲ ਬਿਲਕੁਲ। ਔਰ ਇੱਥੋਂ ਕਿੰਨੀਆਂ ਚੀਜ਼ਾਂ ਦੇਖੋ ਬਾਹਰ ਗਈਆਂ। ਤੁਸੀਂ ਦੇਖੋ ਵੀ ਜਿੱਥੇ ਜਿੱਥੇ ਵੀ ਇਹਨਾਂ ਦਾ ਰਾਜ ਸੀ ਉਹ ਸਮਾਨ ਤੇ ਲਿਖਿਆ ਹੁੰਦਾ ਸੀ ਮੇਡ ਇਨ ਇੰਗਲੈਂਡ। ਏਦਾਂ ਸੀ ਸ਼ਿਪ ਤੋਂ ਲੈ ਕੇ ਹੋਰ ਜਿਹੜੀ ਨਿੱਕੀ ਚੀਜ਼ ਤੋਂ ਵੱਡੀ ਤੱਕ। ਪਰ ਉਹ ਜਿਹੜਾ ਮੈਥਿਊ ਬੋਲਟਨ ਸੀ ਉਹਦਾ ਇਹਦੇ ਵਿੱਚ ਬਹੁਤ ਜਾਨੀ ਯੋਗਦਾਨ ਸੀ। ਹਾਂਜੀ ਹਾਂਜੀ ਹਾਂਜੀ।
ਉਹ ਦੇ ਲੋ ਵੀ ਲਿਚਫੀਲਡ ਤੋਂ ਬੋਰਨ ਹੋਇਆ ਸੀ। ਫਿਰ ਉਹ ਪਰਿਵਾਰ ਜਾਨੀ ਸਿਟੀ ਸੈਂਟਰ ਦੇ ਲਾਗੇ ਆ ਗਿਆ। 1766 ਦੇ ਵਿੱਚ ਸੋਹੋ ਐਵਨਿਊ ਤੇ ਘਰ ਆ, ਸੋਹੋ ਹਾਊਸ ਹੈਗਾ ਜੀ, ਹੈਗਾ ਹਾਂਜੀ। ਜਾਨੀ ਉਹ ਉਹਨ ਬਣਾਇਆ ਸੀ। ਹਾਂਜੀ ਹਾਂਜੀ। ਉੱਥੇ ਉਹਨ ਬਣਾ ਕੇ ਜਾਨੀ ਮਤਲਬ ਉਹਨੇ ਇੱਕ ਲੂਨਰ ਸੋਸਾਇਟੀ ਬਣਾਈ ਸੀ। ਇਹ ਤੇ ਵਿਚਾਰ ਕਰਨ ਦੇ ਵੀ ਕਿੱਦਾਂ ਮਤਲਬ ਇੰਡਸਟਰੀਅਲ ਰੈਵੋਲੂਸ਼ਨ ਕਰਨਾ ਹੈਗਾ। ਹਾਂਜੀ ਹਾਂਜੀ। ਫਿਰ ਜੇਮਸ ਵਾਟ ਨੇ ਜਿਹੜੀ ਜਦ ਉਹਨੇ ਕਿਹਾ ਵੀ ਮੈਂ ਕਾਢਾਂ ਕੱਢਣੀਆਂ ਤਾਂ ਉਹਨੇ ਕਿਹਾ ਸੀ ਵੀ ਮੇਰੀ ਮਦਦ ਕਰ। ਉਹਨੇ ਕਿਹਾ ਵੀ ਤੂੰ ਇੱਥੇ ਮੇਰੇ ਕੋਲੇ ਆ ਜਾ। ਹਾਂਜੀ। ਉਹ ਤੁਸੀਂ ਦੇਖੋ ਉਹ ਵੀ ਆ ਗਿਆ। ਵਿਲੀਅਮ ਮਰਡਕ, ਜਿੰਨੇ ਲਿਊਨਰ ਸੋਸਾਇਟੀ ਸੀ, ਤੁਸੀਂ ਦੇਖੋ ਵੀ ਆ ਜਿਹੜਾ ਹੈਂਡਵਾਰ ਦਾ ਪਾਰਟ ਆ, ਇੱਥੇ ਉਹਦੀ ਕਿੱਡੀ ਜਾਣੀ ਵੱਡੀ ਉਹਨੇ ਜਾਣੀ ਪਲਾਂਟ ਲਾਇਆ ਸੀ। ਬਹੁਤ ਵੱਡੀ ਦੇਣ ਹੈ ਜੀ। ਯੈਸ। ਜਾਨੀ ਉਹ ਦੇਖੋ ਜਾਨੀ ਇੰਨਾ ਇੰਡਸਟਰੀਅਲ ਰੈਵੋਲੂਸ਼ਨ ਜਾਨੀ ਉਹਨੇ ਕੀਤਾ। ਫਿਰ ਵੱਡੀ ਗੱਲ ਤੁਸੀਂ ਦੇਖੋ ਵੀ ਉਹ ਜਿੰਨੇ ਉਹ ਪਹਿਲਾਂ ਕ੍ਰਿਸਚੀਅਨ ਪਰਿਵਾਰਾਂ 'ਚ ਪੈਦਾ ਹੋਏ ਸੀ, ਪਰ ਉਹਨਾਂ ਨੂੰ ਇੰਨਾ ਗਿਆਨ ਸੀ ਜਾਨੀ ਉਹਨੇ ਇਹ ਫੈਸਲਾ ਕੀਤਾ ਸੀ ਲਿਊਨਰ ਸੋਸਾਇਟੀ ਨੇ ਵੀ ਜਿਹੜੀ ਆਪਣੀ ਮੀਟਿੰਗ ਕਰਨੀ ਹੈ ਮਹੀਨੇ 'ਚ ਇੱਕ ਵਾਰ, ਵੀ ਉਹ ਫੁੱਲ ਮੂਨ ਡੇ ਤੇ ਕਰਨੀ ਹੈ। ਜਾਨੀ ਜਿਹੜਾ ਬੁੱਧ ਆ ਉਹਨੂੰ ਜਿਹੜਾ ਗਿਆਨ ਆ ਉਹ ਇਸ ਜਾਨੀ ਫੁੱਲ ਮੂਨ ਤੇ ਹੋਇਆ ਸੀ। ਉਹਨੇ ਕਿਹਾ ਵੀ ਜਿਹੜਾ ਗਿਆਨ ਹੈ ਬਹੁਤ ਜ਼ਰੂਰੀ ਹੈ। ਬਿਲਕੁਲ। ਹੁਣ ਜਿੰਨੀਆਂ ਵੀ ਤੁਸੀਂ ਦੇਖੋ ਨਹੀਂ ਕਾਢਾਂ ਕੱਢੀਆਂ ਜੇਮਸ ਵਾਟ ਨੇ, ਹੁਣ ਤੁਸੀਂ ਦੇਖੋਗੇ ਕਿ ਜੋ ਕੁਝ ਹੋਇਆ ਸਟੀਮ ਇੰਜਨ ਤੋਂ ਲਾ ਕੇ ਜਿੰਨਾ ਵੀ ਸਾਰਾ ਕੁਝ ਕਾਢਾਂ ਕੱਢੀਆਂ, ਔਰ ਉਹ ਪੈਸਾ ਜ਼ਿਆਦਾ ਮੈਥੀ ਬੋਲਟਨ ਕੋਲ ਸੀ। ਹਾਂਜੀ ਹਾਂਜੀ। ਉਹ ਸਹੀ ਤਰੀਕੇ ਨਾਲ ਵਰਤਿਆ ਗਿਆ ਕਿਉਂਕਿ ਇਹਦੇ ਵਿੱਚ ਵਿਗਿਆਨ ਦਾ ਵੀ ਬਹੁਤ ਵੱਡਾ ਰੋਲ ਹੈ ਹੀ। ਵਿਗਿਆਨ ਦਾ ਜੀ ਬਹੁਤ ਸਭ ਤੋਂ ਵੱਡਾ ਰੋਲ, ਕਿਉਂਕਿ ਤੁਸੀਂ ਦੇਖੋ ਵੀ ਜਿੰਨੇ ਹੁਣ ਜੇ ਕਿਸੇ ਕੋਲ ਪੈਸਾ ਆ, ਉਹ ਪੈਸਾ ਪਤਾ ਹੀ ਨਹੀਂ ਵੀ ਲਾਉਣਾ ਕਿੱਥੇ, ਗਲਤ ਤਰੀਕੇ ਨਾਲ ਲਾਉਂਦੇ। ਉਹ ਫਿਰ ਗੁਰਦੁਆਰੇ ਮੰਦਿਰ ਹੀ ਬਣਾਈ ਜਾਂਦੇ ਫਿਰ ਉਹ। ਨਹੀਂ ਇੱਥੇ ਤੁਸੀਂ ਦੇਖੋ ਵੀ ਇੱਥੇ ਵੀ ਨਹੀਂ ਸਿੱਖਿਆ ਸਭ ਕੁਝ। ਬਿਲਕੁਲ ਬਿਲਕੁਲ। ਕਿਉਂਕਿ ਜਿਹੜਾ ਚਰਚ ਆ, ਜਿਹੜਾ ਚਾਰਲਸ ਡਾਰਵਿਨ ਦੀ ਜਿਹੜੀ ਥਿਊਰੀ ਨੇ, ਉਹ ਲੋਕਾਂ ਦੀ ਸੋਚ ਬਦਲੀ ਜਾਣੀ। ਬਿਲਕੁਲ ਬਦਲ ਦਿੱਤੀ। ਹਾਂਜੀ। ਔਰ ਫਿਰ ਜਿਸ ਤਰ੍ਹਾਂ ਜੋਰਜ ਵਾਸ਼ਿੰਗਟਨ ਦੀ ਆਪਨੇ ਗੱਲ ਕੀਤੀ ਆ, ਕਿਉਂਕਿ ਜਿੰਨੀ ਵੀ ਕ੍ਰਾਂਤੀ ਇਹਨਾਂ ਮੁਲਕਾਂ ਦੇ ਵਿੱਚ ਆਈ ਹੈ, ਇੱਥੇ ਪੁਰੂਤਨਿਜ਼ਮ ਜਿਹੜਾ ਪੁਰੂਤਨਵਾਦ ਆ, ਉਹ ਲੋਕਾਂ ਦੇ ਵਿਚਾਰ ਬਦਲੇ ਜਾਣੇ। ਬਿਲਕੁਲ ਬਿਲਕੁਲ ਬਿਲਕੁਲ। ਉਹਦੇ ਵਿੱਚ ਜ਼ਿਆਦਾ ਚਾਰਲਸ ਡਾਰਵਿਨ ਦਾ ਬਹੁਤ ਵੱਡਾ ਰੋਲ ਹੈ। ਹਾਂਜੀ ਹਾਂਜੀ ਹਾਂਜੀ। ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਨਿੱਕਾ ਜਿਹਾ ਤਾਂ ਮੁਲਕ ਸੀ ਨਹੀਂ, ਤੁਸੀਂ ਦੇਖੋ ਵੀ ਕਿੱਡਾ ਵੱਡਾ ਜਾਣੀ ਸਾਮਰਾਜ ਪੈਦਾ ਕੀਤਾ, ਔਰ ਸਾਰੀ ਵਿਗਿਆਨ ਇੱਥੋਂ ਗਈ। ਤੁਸੀਂ ਦੇਖੋ ਵੀ ਆਪਾਂ ਬਚਪਨ ਦੇ ਜਦ ਉੱਥੇ ਸੀ ਵੀ ਜਿਹੜੇ ਸਾਈਕਲ ਸੀ, ਉਹ ਸਾਈਕਲ ਵੀ ਇੱਥੋਂ ਗਏ ਹੋਏ ਸੀ। ਹਰਕਲੀਸ ਇੱਥੇ ਹੁੰਦਾ ਸੀ। ਯੈਸ ਯੈਸ। ਹਰਕਲੀਸ, ਰੇਲੇ। ਯੈਸ ਯੈਸ ਯੈਸ। ਕਿਉਂਕਿ ਇਸ ਕਰਕੇ ਜਿਹੜਾ ਮਤਲਬ ਕੋਈ ਵੀ ਜੇ ਤੁਹਾਡੇ ਕੋਲ ਪੈਸਾ ਆ, ਉਹ ਪੈਸੇ ਨੂੰ ਵਰਤਣਾ ਕਿੱਦਾਂ ਹੈ। ਹੁਣ ਮੈਂ ਇੱਥੇ ਦੇਖਿਆ, ਮੈਂ ਕਾਫੀ ਮਤਲਬ ਵਿਚਰਿਆ ਲੋਕਾਂ 'ਚ, ਜਿਹੜੇ ਜਦ ਅਸੀਂ ਮਤਲਬ ਇੱਥੇ ਸ਼ੁਰੂ ਕੀਤਾ, ਜੇ ਤੁਹਾਨੂੰ ਪੈਸੇ ਉਹ ਦੇਖਣਾ ਵੀ ਇਹਨਾਂ 'ਚੋਂ ਖਾ ਪੀ ਕੇ ਇੰਨਾ ਜ਼ਰੂਰ ਸੇਵਿੰਗ ਕਰਨੀ, ਕਿਉਂਕਿ ਤਦੇ ਹੀ ਤੁਸੀਂ ਕੁਝ ਕਰ ਸਕਦੇ। ਬਿਲਕੁਲ। ਜੇ ਫਜ਼ੂਲ ਖਰਚੀ ਕਰਨੀ ਆ, ਗੈਂਬਲਿੰਗ ਕਰਨੀ ਆ, ਹੋਰ ਚੀਜ਼ਾਂ ਕਰਨੀਆਂ, ਫਿਰ ਤਾਂ ਸਭ ਕੁਝ ਖਤਮ ਹੋ ਜਾਣਾ। ਹਾਂਜੀ ਹਾਂਜੀ ਹਾਂਜੀ। ਇਸ ਕਰਕੇ ਜਿਹੜੀ ਜੀਵਨ ਸ਼ੈਲੀ ਆ ਉਹ ਬਹੁਤ ਜ਼ਰੂਰੀ ਚਾਹੀਦੀ ਹੈ। ਇਹ ਬਹੁਤ ਵਧੀਆ ਜਿਹੜਾ ਆਪ ਦਾ ਵਿਸ਼ਾ ਆ। ਦੇਖੋ ਆਪਾਂ ਨੂੰ ਜ਼ਰੂਰ ਕੁਝ ਨਾ ਕੁਝ ਸਿੱਖਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਉਹੀ ਵਿਚਾਰ ਜਿਹੜੇ ਅੱਗੇ ਵਧਾਉਣੇ ਚਾਹੀਦੇ। ਬਿਲਕੁਲ ਬਿਲਕੁਲ। ਜੈ ਭੀਮ ਜੈ ਭਾਰਤ। ਥੈਂਕ ਯੂ ਜੀ। ਇਹ ਤਾਂ ਸੀ ਜੀ ਜਿਹੜੇ ਆਪਣੇ ਫਕੀਰ ਚੰਦ ਚੌਹਾਨ ਹੋਣੀ, ਜਿਹੜੇ ਕਿ ਮੇਰੇ ਰੈਗੂਲਰ ਕਾਲਰਸ ਹੈਗੇ ਆ, ਅਤੇ ਬਹੁਤ ਹੀ ਕੰਮ ਦੀਆਂ ਗੱਲਾਂ ਸਾਨੂੰ ਦੱਸ ਕੇ ਜਾਂਦੇ ਹੈਗੇ ਆ। ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ। ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਕਾਲ ਕਰਕੇ ਆਪਣਾ ਜਿਹੜੇ ਵਿਚਾਰ ਹੈਗੇ ਆ ਮੇਰੇ ਨਾਲ ਉਹ ਸਾਂਝੇ ਕਰ ਸਕਦੇ ਹਾਂ, ਤਾਂ ਕਿ ਅਸੀਂ ਇਸ ਸਬਜੈਕਟ ਬਾਰੇ ਜਿਹੜਾ ਕਿ ਸਾਡੇ ਸਾਰਿਆਂ ਨਾਲ ਹੀ ਸੰਬੰਧਿਤ ਹੈਗਾ, ਖੁੱਲ੍ਹ ਕੇ ਅਸੀਂ ਚਰਚਾ ਕਰ ਸਕੀਏ। ਅਤੇ ਜਿਸ ਤਰ੍ਹਾਂ ਮੈਂ ਕਿਹਾ ਸੀਗਾ, ਇਹ ਵੀ ਮੈਂ ਗੱਲ ਬਾਰ-ਬਾਰ ਕਹਿੰਦੇ ਰਹਿਣਾ ਹੈਗਾ ਵੀ ਸਾਨੂੰ ਜਿਹੜੀ ਪੈਸੇ ਦੀ ਵੀ ਜਿਹੜੀ ਹੈਗੀ ਆ ਜ਼ਰੂਰਤ ਹੈਗੀ ਆ, ਅਤੇ ਉਹ ਸਾਨੂੰ ਸਟੈਂਡਿੰਗ ਆਰਡਰ ਤੁਸੀਂ ਜ਼ਰੂਰ ਜਿਹੜੇ ਹੈਗੇ ਆ ਉਹਨਾਂ ਦਾ ਅਰੇਂਜਮੈਂਟ ਜ਼ਰੂਰ ਕਰੋ। ਅਤੇ ਫੋਰਮ ਜਿਹੜੇ ਹੈਗੇ ਤੁਸੀਂ ਉਹ ਸਾਡੇ ਟੈਲੀਫੋਨ ਕਾਲ ਕਰਕੇ ਵੀ ਲੈ ਸਕਦੇ ਹਾਂ, ਜਾਣੀ ਕਿ ਜਾਂ ਜਿਹੜਾ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਲੈ ਸਕਦੇ ਹੋ। ਅਤੇ ਜਿਹੜੀ ਗੱਲ ਅੱਜ ਜਿਹੜੀ ਆਪਾਂ ਕਰ ਰਹੇ ਹੈਗੇ ਆ ਬਈ ਦ ਪ੍ਰਿੰਸੀਪਲਸ ਆਫ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਨਮਸਕਾਰ ਜੀ। ਹਾਂਜੀ ਨਮਸਕਾਰ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਜ਼ਿੰਦਗੀ ਦਾ ਜਿਹੜਾ ਮੁੱਦਾ ਤੁਸੀਂ ਲੈ ਕੇ ਆਏ ਨਾ, ਜ਼ਿੰਦਗੀ ਦੇ ਅਸੂਲ। ਹਾਂ ਹਾਂ। ਆਦਮੀ ਨੂੰ ਪਹਿਲਾਂ, ਸਭ ਤੋਂ ਪਹਿਲਾਂ ਨਾ ਪੈਸੇ ਦੀ ਔਰ ਟਾਈਮ ਦੀ ਕਦਰ ਕਰਨੀ ਚਾਹੀਦੀ ਹੈ ਅਗਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਆ ਤਾਂ। ਕਿਉਂਕਿ ਜਿਹੜਾ ਬੰਦਾ ਟਾਈਮ ਦੀ ਔਰ ਪੈਸੇ ਦੀ ਕਦਰ ਨਹੀਂ ਕਰਦਾ, ਉਹ ਦੁਨੀਆ 'ਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਦੂਸਰਾ ਗੱਲ ਇਹ ਹੈਗੀ ਕਿ ਬਜਟ ਦੇ ਹਿਸਾਬ ਦੇ ਨਾਲ ਚੱਲਣਾ ਚਾਹੀਦਾ, ਔਰ ਪੈਸੇ ਨੂੰ ਰਗੜ ਕੇ ਖਰਚਣਾ ਚਾਹੀਦਾ। ਕਿਉਂਕਿ ਪੈਸਾ ਅਗਰ ਰਗੜਨ ਦਾ ਮਤਲਬ ਹੁੰਦਾ ਉਹਨੂੰ ਉਹਦਾ ਬਿਜ਼ਨਸ ਕਰਕੇ
ਉਹਨੂੰ ਖਰਚਣਾ ਚਾਹੀਦਾ ਹੈਗਾ ਬਿਜ਼ਨਸ ਦੇ ਹਿਸਾਬ ਨਾਲ। ਦੂਸਰਾ, ਇਨਸਾਨ ਨੂੰ ਹਮੇਸ਼ਾ ਹੀ ਸੱਚਾਈ ਤੇ ਚੱਲਣਾ ਚਾਹੀਦਾ ਹੈਗਾ, ਦੂਸਰੇ ਦੀ ਕਦਰ ਕਰੋ, ਕਿਉਂਕਿ ਅਗਰ ਝੂਠ ਦਾ ਸਹਾਰਾ ਲੈ ਕੇ ਤੁਸੀਂ ਆਪ ਪੈਸੇ ਕਮਾਓਗੇ ਤਾਂ ਉਹਦਾ ਕੋਈ ਦੂਸਰਾ ਨਹੀਂ ਹੁੰਦਾ। ਸਖਤ ਮਿਹਨਤ ਕਰਕੇ ਇਮਾਨਦਾਰੀ ਨਾਲ ਆਦਮੀ ਨੂੰ ਜੀਵਨ ਬਤੀਤ ਕਰਨਾ ਚਾਹੀਦਾ ਹੈਗਾ। ਕਿਸੇ ਆਦਮੀ ਦਾ, ਇਨਸਾਨ ਨਾਲ ਤੁਸੀਂ ਦੁੱਖ ਉਹਦਾ ਦਿਲ ਨਾ ਦਿਖਾਓ। ਹਾਂਜੀ, ਪਰ ਇਹ ਮਾਨ ਸਾਹਿਬ ਆਪਾਂ ਜਿਹੜੀਆਂ ਇਹ ਤੁਸੀਂ ਗੱਲਾਂ ਕਰਦੇ ਇਹ ਆਪਾਂ ਆਮ ਹੀ ਲੋਕਾਂ ਕੋਲੋਂ ਵੀ ਸੁਣਦੇ ਹਾਂ। ਹਾਂਜੀ, ਤੇ ਜਿਹੜੇ ਆਪਣੇ ਆਪ ਨੂੰ ਧਾਰਮਿਕ ਬੰਦੇ ਕਾਫੀ ਉਹ ਵੀ ਇਦਾਂ ਦੀਆਂ ਗੱਲਾਂ ਕਰਦੇ ਆ। ਹਾਂਜੀ, ਪਰ ਪ੍ਰੈਕਟਿਸ ਦੇ ਵਿੱਚ ਜਿਹੜਾ ਵਰਤਾਵ ਹੈਗਾ ਉਹ ਬਿਲਕੁਲ ਹੀ ਇਹ ਤੋਂ ਉਲਟ ਹੈ। ਦੇਖੋ ਜੀ, ਇਹ ਹੁੰਦਾ ਇੱਕ ਨਾ ਕਹਿੰਦੇ ਹੁੰਦੇ ਨਾ ਪੰਡਤ ਔਰ ਮਿਸਾਲਚੀ ਔਰ ਉनको ਕਰ ਚਾਂਦਨਾ ਆਪ ਅੰਧੇਰੇ ਮਾਹੀ। ਉਹ ਦੂਜਿਆਂ ਨੂੰ ਰਸਤਾ ਦੱਸਦੇ ਆ, ਆਪ ਅੰਧੇਰੇ 'ਚ ਫਿਰਦੇ ਰਹਿੰਦੇ ਆ, ਉਹ ਤੇ ਅਸਰ ਨਹੀਂ ਕਰਦੇ। ਤੇ ਇਹ ਗੱਲ ਹੈਗੀ, ਕਿਉਂਕਿ ਲੋਕਾਂ ਨੂੰ ਚਾਹੀਦਾ ਆ ਕਿ ਜਿਹੜਾ ਤੁਸੀਂ ਕੰਮ ਦੂਸਰੇ ਨੂੰ ਕਹਿੰਦੇ ਆ ਨਾ, ਉਹ ਪਹਿਲਾਂ ਆਪਣੇ ਤੇ ਇੰਪਲੀਮੈਂਟ ਕਰੋ ਕਿ ਮੇਰੇ 'ਚ ਕਿਹੜੀਆਂ ਖਾਮੀਆਂ। ਮੈਂ ਝੂਠ ਤਾਂ ਨਹੀਂ ਬੋਲਦਾ, ਮੈਂ ਚੋਰੀ ਤਾਂ ਨਹੀਂ ਕਰਦਾ, ਮੈਂ ਕੋਈ ਬਦਮਾਸ਼ੀ ਤਾਂ ਨਹੀਂ ਕਰਦਾ। ਇਹ ਜਿਹੜੀਆਂ ਚੀਜ਼ਾਂ ਨਾ ਪਹਿਲਾਂ ਆਪਣੇ ਤੇ ਤੁਸੀਂ ਕਰੋ, ਫਿਰ ਹੀ ਦੂਸਰੇ ਨੂੰ ਦੱਸੋਗੇ। ਜਿਹੜੇ ਹੋਰ ਜਿੱਦਾਂ ਤੁਸੀਂ ਦੱਸਿਆ ਨਾ ਪੁਜਾਰੀ ਵਗੈਰਾ ਆ, ਉਹ ਦੂਸਰੇ ਨੂੰ ਦੱਸਦੇ ਆ ਪੈਸੇ ਤੋਂ ਦੂਰ ਰਹੋ, ਪੈਸੇ ਨੂੰ ਹੱਥ ਨਾ ਲਾਓ, ਆਪਣੀਆਂ ਜੇਬਾਂ ਉਹ ਭਰੀ ਜਾਂਦੇ ਆ। ਹਾਂਜੀ, ਤੇ ਇਹ ਕਰਕੇ ਇਹ ਜਿਹੜਾ ਹੈ ਲਾਲਚ ਹੈ ਨਾ ਬੰਦੇ ਨੂੰ, ਇਹ ਲੈ ਲੈਂਦਾ। ਤਾਂ ਇਸ ਕਰਕੇ ਇਨਸਾਨ ਨੂੰ ਆਪਣੇ 'ਚ ਇਨਸਾਨੀਅਤ ਪੈਦਾ ਕਰਨੀ ਚਾਹੀਦੀ ਆ, ਤਾਂ ਜੋ ਆਦਮੀ ਜਿਹੜਾ ਹੈ ਨਾ ਇਨਸਾਨ ਬਣ ਸਕਦਾ। ਔਰ ਅਗਰ ਹਰ ਇੱਕ ਇਨਸਾਨ ਬਣ ਜਾਏ ਤਾਂ ਇਹ ਜਿਹੜੀ ਦੁਨੀਆ ਇੱਕ ਕਿਸਮ ਦਾ ਸਵਰਗ ਹੈ, ਇੱਥੇ ਹੀ ਆ। ਹਾਂਜੀ, ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਕਿਉਂਕਿ ਜ਼ਿੰਦਗੀ ਦੀ ਲਿਸਟਾਂ ਤਾਂ ਬਹੁਤ ਵੱਡੀਆਂ ਹੈਗੀਆਂ ਕਿ ਜਿਹੜੀ ਬੰਦੇ ਨੂੰ ਨਹੀਂ ਕਰਨੀਆਂ ਚਾਹੀਦੀਆਂ ਉਹੀ ਬੰਦਾ ਕਰਦਾ। ਅੱਜ ਲਾਲਚ ਫਸਿਆ ਹੈ ਬੰਦਾ, ਦੂਸਰੇ ਦਾ ਦਿਲ ਦਿਖਾ ਕੇ ਉਹਨੂੰ ਭਾਵੇਂ ਜੋ ਮਰਜ਼ੀ ਕਰਨਾ ਪਵੇ, ਲੇਕਿਨ ਆਪਣਾ ਉਹਨੂੰ ਉੱਲੂ ਸਿੱਧਾ ਕਰਨਾ। ਪਰ ਅਸੀਂ ਚੁਗਲੀਆਂ ਹੀ ਬੜੀਆਂ ਕਰਦੇ ਹਾਂ, ਕਦੀ ਅਸੀਂ ਕਿਸੇ ਦੀ ਪ੍ਰਸ਼ੰਸਾ ਨਹੀਂ ਕਰਦੇ ਜਿਹੜਾ ਬੰਦਾ ਹੱਕਦਾਰ ਵੀ ਹੈ। ਦੇਖੋ ਜੀ, ਅੱਜ ਕੱਲ੍ਹ ਤਾਂ ਚੁਗਲੀਆਂ, ਚੁਗਲੀ ਦਾ ਮਤਲਬ ਇਹ ਹੁੰਦਾ ਕਿ ਮੈਂ ਤੁਹਾਨੂੰ ਗੱਲ ਦੱਸੀ, ਤੁਸੀਂ ਗਾਹਾਂ ਨਾ ਕਰਿਓ। ਹਾਂਜੀ, ਹਾਂਜੀ, ਇਹ ਤਾਂ ਗੱਲ ਜਿਹੜੀ ਚੁਗਲੀਆਂ ਵਾਲੀ ਹੈ ਨਾ, ਇਹ ਤਾਂ ਪਹਿਲਾਂ ਤੋਂ ਚੱਲੀ ਆਈ ਆ, ਹੈ ਨਾ, ਕਿ ਫਲਾਣੇ ਦਿਨ ਏਦਾਂ ਹੋ ਗਈ, ਦੂਸਰੇ ਨੇ ਏਦਾਂ ਹੋ ਗਈ। ਵੀ ਕਿਸੇ ਨਾਲ ਮੈਂ ਤੁਹਾਡੇ ਨਾਲ ਇਹ ਗੱਲ ਕਰਦਾ, ਤੁਸੀਂ ਗਾਹਾਂ ਨਹੀਂ ਦੱਸਣੀ। ਹਾਂਜੀ, ਤੇ ਇਹ ਜਿਹੜੀ ਚੁਗਲੀ ਹੈ ਤਾਂ ਆਦਮੀ ਦੀ ਜਿਹੜੀ ਹੈਗੀ ਹੈ ਨਾ ਨੇਚਰ ਆ। ਅਗਰ ਇਹਦੇ ਤੇ ਕੰਟਰੋਲ ਕਰੇ, ਆਦਮੀ ਨੂੰ ਆਪਣੀ ਜ਼ਬਾਨ ਤੇ ਕੰਟਰੋਲ ਕਰਨਾ ਚਾਹੀਦਾ। ਸਭ ਤੋਂ ਪਹਿਲੀ ਚੀਜ਼ ਹੈ ਨਾ, ਅਗਰ ਤੁਹਾਡੀ ਜ਼ਬਾਨ ਕੰਟਰੋਲ ਤੇ ਤਾਂ ਤੁਹਾਡਾ ਸਾਰਾ ਕੁਝ ਸਹੀ ਆ। ਅਗਰ ਜਵਾਨ ਨੇ ਗਾਲ ਕੱਢ ਕੇ ਅੰਦਰ ਵੜ ਜਾਣਾ ਤਾਂ ਕਿਤੇ ਨਾ ਜੁੱਤੀਆਂ ਖਾਣ ਨੂੰ ਸਿਰ ਨਮੋਰੇ ਹੋ ਜਾਣਾ। ਇਸ ਕਰਕੇ ਆਦਮੀ ਨੂੰ ਹਰ ਇੱਕ ਚੀਜ਼ ਨੂੰ ਚਾਹੀਦਾ ਕਿ ਆਪਣੀ ਜ਼ਬਾਨ ਤੇ ਕੰਟਰੋਲ ਕਰੇ ਔਰ ਆਪਣੇ ਐਕਸ਼ਨ ਤੇ ਕੰਟਰੋਲ ਕਰੇ। ਅਗਰ ਜ਼ਿੰਦਗੀ ਦੇ ਵਿੱਚ ਸਫਰ ਹੋਣਾ ਆ ਤਾਂ ਜ਼ਿੰਦਗੀ ਨੂੰ ਉਸ ਰਸਤੇ ਤੇ ਲਾਵੇ ਜਿਹਦੇ ਨਾਲ ਦੂਸਰੇ ਆਦਮੀ ਦਾ, ਇਨਸਾਨ ਦਾ ਦਿਲ ਨਾ ਦੁਖੇ। ਪਰ ਮਾਨ ਸਾਹਿਬ, ਆਪਣੇ ਪੰਜਾਬੀ ਜਿਹੜੇ ਲੋਕ ਹੈਗੇ ਆ ਉਹ ਗਾਲ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ। ਦੇਖੋ ਜੀ, ਜਿਹੜੀ ਗਾਲ ਹੈ ਨਾ, ਅਗਰ ਜਿਹੜੀ ਗਾਲ ਅਗਰ ਕੱਢਦਾ ਨਾ, ਅਗਰ ਉਹ ਕਿਸੇ ਨੂੰ ਮਾਂ ਭੈਣ ਦੀ ਗਾਲ ਕੱਢਦਾ, ਅਗਰ ਉਸ ਆਪਣੇ ਤੇ ਲਾਵੇ ਕਿ ਅਗਰ ਮੈਨੂੰ ਕੋਈ ਗਾਲ ਕੱਢੇ ਤਾਂ ਮੈਨੂੰ ਕਿੱਦਾਂ ਫੀਲ ਹੁੰਦੀ ਹੈ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਨਾ ਮੈਂ ਗਾਲ ਕੱਢੀ ਆ। ਉਹ ਨੋਰਮਲ ਵੀ ਤਾਂ ਗੱਲ ਹੈਗੀ ਹੈ ਨਾ, ਜੇ ਪਤਾ। ਇਸੇ ਕਰਕੇ ਤਾਂ ਆਦਮੀ ਨੂੰ ਜਿਹੜੀ ਕੋਈ ਵੀ ਗੱਲ ਆ ਉਹ ਜਗੋਲ ਕੇ ਬਾਹਰ ਕੱਢਣੀ ਚਾਹੀਦੀ ਹੈ। ਜਗੋਲਣ ਦਾ ਮਤਲਬ ਹੁੰਦਾ ਆਪਣੇ ਤੇ ਪਹਿਲਾਂ ਉਹਨੂੰ ਸੋਚੋ ਵੀ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਇਹਦਾ ਦੂਸਰੇ ਆਦਮੀ ਤੇ ਕੀ ਅਸਰ ਹੋਏਗਾ, ਫੇਰ ਹੀ ਉਹ ਗੱਲ ਕਰਨੀ ਚਾਹੀਦੀ ਆ। ਓਕੇ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਬਾਕੀ ਤੁਹਾਡਾ ਟਾਈਮ ਦੇਣ ਦਾ, ਬਾਕੀ ਬਹੁਤ ਲਾਈਨ ਤੇ ਲੱਗੇ ਹੁੰਦੇ ਆ। ਜੈ ਭੀਮ, ਜੈ ਭਾਰਤ ਜੀ। ਨਮਸਕਾਰ ਡਾਕਟਰ। ਹਾਂਜੀ, ਨਮਸਕਾਰ ਜੀ ਤੁਹਾਨੂੰ ਵੀ। ਇਹ ਤਾਂ ਸੀ ਜੀ ਮੇਰੇ ਰੈਗੂਲਰ ਕਾਲਰ ਪ੍ਰੇਮ ਮਾਨ ਹੁਣੀ ਲੰਡਨ ਤੋਂ, ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਗਏ ਆ। ਤੁਸੀਂ ਵੀ ਜਿਹੜਾ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਤਾਂ ਕਿ ਆਪਾਂ ਇੱਕ ਸੰਵਾਦ ਰਚਾ ਸਕੀਏ ਇਸ ਮਸਲੇ 'ਤੇ, ਕਿਉਂਕਿ ਇਹ ਤੁਹਾਡੇ ਨਾਲ, ਮੇਰੇ ਨਾਲ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਅਤੇ ਬਾਕੀ ਜਿਹੜੀ ਵਾਈਡਰ ਸੁਸਾਇਟੀ ਹੈਗੀ ਆ ਉਹਦੇ ਨਾਲ ਇਹ ਜਿਹੜਾ ਮਸਲੇ ਸੰਬੰਧਿਤ ਹੈ। ਅਤੇ ਮੈਂ ਜਦੋਂ ਇਹਦੇ ਵੱਲ ਹੋਰ ਗੰਭੀਰਤਾ ਨਾਲ ਸੋਚਦਾ ਹੈਗਾ ਅਤੇ ਮੈਂ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਜੀ। ਹੈਲੋ ਜੀ, ਨਮਸਤੇ। ਹਰੀਸ਼ ਮਲਹੋਤਰਾ, ਮੈਂ ਚਾਂਦ ਬੋਲਦੀ ਲੰਡਨ ਤੋਂ। ਹਾਂਜੀ ਚਾਂਦ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਸ ਮਸਲੇ ਬਾਰੇ? ਹਾਂਜੀ, ਅੱਜ ਦਾ ਜਿਹੜਾ ਟੌਪਿਕ ਹੈ ਤੁਹਾਡਾ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਇਹ ਜਿਹੜਾ ਆਪਾਂ ਕਿਸ ਤਰ੍ਹਾਂ ਕਮਾਈਆਂ ਕਰਦੇ ਹਾਂ, ਉਸ ਜਿਹੜੀ ਕਮਾਈ ਦਾ ਸਾਨੂੰ ਇਹਦਾ ਕਦਰ ਕਰਨੀ ਚਾਹੀਦੀ ਆ ਔਰ ਸਾਨੂੰ ਬਜਟ ਬਣਾਉਣਾ ਚਾਹੀਦਾ ਜਿਹਦੇ ਨਾਲ ਕਿ ਅਸੀਂ ਆਪਣੇ ਖਰਚੇ ਵੀ ਪੂਰੇ ਕਰ ਸਕੀਏ ਔਰ ਜਿਹੜੇ ਹੈਗੇ ਆਪਣੀ ਸੇਵਿੰਗ ਵੀ ਕਰ ਸਕੀਏ, ਜਿਹੜੇ ਕਿ ਸਾਡੇ ਦੁੱਖ ਸੁੱਖ ਵੇਲੇ ਕੰਮ ਆਵੇ, ਸਾਡੇ ਬੱਚਿਆਂ ਦੇ ਕੰਮ ਆਵੇ। ਅਸੀਂ ਬੱਚਿਆਂ ਨੂੰ ਵੀ ਸਾਨੂੰ ਇਹ ਹੀ ਸਿੱਖਿਆ ਦੇਣੀ ਚਾਹੀਦੀ ਆ
ਕਿ ਜਿੱਦਾਂ ਕਹਿੰਦੇ ਹੁੰਦੇ ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓਗੇ ਬੱਚੇ ਉਦਾਂ ਹੀ ਸਿੱਖ ਜਾਂਦੇ ਆ। ਜੇਕਰ ਮਾਂ-ਬਾਪ ਜਿਹੜੇ ਹੈਗੇ ਉਹ ਕਦਰ ਨਹੀਂ ਕਰਨਗੇ ਪੈਸੇ ਦੀ ਤਾਂ ਫਿਰ ਗਾਂ ਬੱਚਿਆਂ ਨੇ ਵੀ ਉਨੀ ਕੀ ਕਰਨੀ ਵੀ ਸਾਡੇ ਮਾਂ-ਬਾਪ ਵੀ ਇਦਾਂ ਕਰਦੇ ਰਹੇ ਵੀ ਅਸੀਂ ਕਿਉਂ ਨਾ ਕਰੀਏ। ਪਰ ਸਾਡੇ ਬੱਚਿਆਂ ਨੂੰ ਵੀ ਸਾਨੂੰ ਇਹ ਸਿੱਖਿਆ ਦੇਣੀ ਚਾਹੀਦੀ, ਸਿੱਖਿਆ ਦੇਣੀ ਚਾਹੀਦੀ ਆ ਵੀ ਪੈਸਾ ਜਿਹੜਾ ਹੈਗਾ ਤੁਹਾਡੇ ਕਿਤੇ ਦੁੱਖ ਸੁੱਖ ਵੇਲੇ ਕੰਮ ਆਉਂਦਾ ਆ। ਆਪਾਂ ਕਿੰਨੀ ਮਿਹਨਤ ਨਾਲ ਆਪਾਂ ਕੰਮ ਕਰਦੇ ਆ ਇਹਨਾਂ ਕੰਟਰੀਆਂ ਦੇ ਵਿੱਚ ਆਣ ਕੇ, ਜਨਾਨੀਆਂ ਕਰਦੀਆਂ, ਆਦਮੀ ਕਰਦੇ ਆ, ਫਿਰ ਬੱਚੇ ਕਰਦੇ ਆ ਕੰਮ। ਖੈਰ ਇੱਥੇ ਜਿਹੜੇ ਹੈਗੇ ਆ ਜੇ ਤੁਸੀਂ ਆਪਣਾ ਕੰਮ ਕਰਦੇ ਤਾਂ ਤੁਸੀਂ ਹਰ ਇੱਕ ਜੋ ਵੀ ਤੁਹਾਡੀਆਂ ਜ਼ਰੂਰਤ ਚੀਜ਼ਾਂ ਹੈਗੀਆਂ ਤੁਸੀਂ ਲੈ ਸਕਦੇ ਆ। ਬਾਕੀ ਜਿਹੜੇ ਹੈਗੇ ਲੋਕ ਜਿੱਦਾਂ ਵੀ ਤੁਸੀਂ ਕਹਿੰਦੇ ਆ ਵੀ ਬੜੀਆਂ ਲੋਕੀ ਚੁਗਲੀਆਂ ਕਰਦੇ ਆ ਤੇ ਤੁਹਾਡੇ ਮੂੰਹ ਦੇ ਉੱਤੇ ਕੁਝ ਹੋਰ ਕਹਿੰਦੇ ਆ, ਤੁਹਾਡੀ ਪਿੱਠ ਪਿੱਛੇ ਕੁਝ ਹੋਰ ਕਰ, ਕਿਉਂਕਿ ਲੋਕੀ ਜਿਹੜੇ ਉਹ ਦੋਗਲੀ ਦੁਨੀਆ ਆ ਇੱਥੇ। ਜੇ ਕੋਈ ਪੜ੍ਹ ਲਿਖ ਜਾਂਦਾ ਜ਼ਿਆਦਾ ਜਾਂ ਕੋਈ ਚੰਗੀ ਜੌਬ ਤੇ ਲੱਗਦਾ ਉਹ ਉਹਨਾਂ ਨੂੰ ਦੇਖ ਨਹੀਂ ਸਕਦੇ। ਉਹ ਜਿਹੜੇ ਹੈ ਜੈਲਸ ਭਰੇ ਹੁੰਦੇ ਆ, ਉਹ ਜੈਲਸ ਕਰਦੇ ਹੈਗੇ ਆ ਵੀ ਨਹੀਂ ਉਹ ਉੱਪਰ ਕਿੱਦਾਂ ਚੜ੍ਹ ਗਿਆ। ਪਰ ਮੈਂ ਤਾਂ ਇਹ ਕਹੂੰਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਲੀ ਦਾ ਵੀ ਕਿਸੇ ਦੇ ਪੱਕੇ ਦੇਖ ਕੇ ਆਪਣੇ ਕੱਚੇ ਨਹੀਂ ਢੋਣੇ। ਜਿੰਨਾ ਵੀ ਅਸੀਂ ਅਫੋਰਡ ਕਰ ਸਕਦੇ ਹਾਂ ਸਾਨੂੰ ਉਹਨਾਂ ਦੇ ਅਕੋਰਡਿੰਗ ਹੀ ਸਾਨੂੰ ਆਪਣਾ ਬਜਟ ਬਣਾਉਣਾ ਚਾਹੀਦਾ। ਪਰ ਕਈ ਲੋਕੀ ਚਾਹੁੰਦੇ ਦਿਖਾਵਾ ਬੜਾ ਕਰਦੇ ਹੈਗੇ ਆ। ਦੁਨੀਆ ਦਿਖਾਵਾ ਕਰਦੀ ਆ, ਦਿਖਾਵਾ ਉਹ ਕਰਦੇ ਆ ਜਿਹੜਾ ਨੇ ਕਿ ਇੰਡੀਆ ਦੇ ਵਿੱਚ ਕੁਝ ਦੇਖਿਆ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਆਣ ਕੇ ਇੱਥੇ ਨਵੀਆਂ ਚੀਜ਼ਾਂ ਮਿਲਦੀਆਂ ਹੈਗੀਆਂ ਆ। ਉਹ ਕਹਿੰਦੇ ਜੋ ਅਸੀਂ ਆ ਕੋਈ ਹੋ ਹੀ ਨਹੀਂ ਸਕਦਾ ਹੈਗਾ, ਪਰ ਇਹ ਬਹੁਤ ਗਲਤ ਗੱਲਾਂ ਹੈਗੀਆਂ। ਜਿਨ੍ਹਾਂ ਨੇ ਆਪਣੇ ਇੰਡੀਆ ਦੇ ਵਿੱਚ ਰੱਜੇ ਪੁੱਜੇ ਆਉਂਦੇ ਉਹ ਤਾਂ ਕੇਅਰ ਵੀ ਨਹੀਂ ਕਰਦੇ ਇਹਨਾਂ ਚੀਜ਼ਾਂ ਦੀ। ਉਹਨਾਂ ਨੇ ਤਾਂ ਉੱਥੇ ਬਹੁਤ ਕੁਝ ਦੇਖਿਆ ਹੁੰਦਾ, ਜਿਨ੍ਹਾਂ ਨੇ ਉੱਥੇ ਨਹੀਂ ਦੇਖਿਆ ਹੁੰਦਾ ਆਣ ਕੇ ਇੱਥੇ ਨਵਾਂ ਪੈਸਾ ਦੇਖਦੇ ਆ ਤੇ ਵੀ ਉਹ ਕਹਿੰਦੇ ਵੀ ਨਹੀਂ ਇੱਥੇ ਦਾ ਜੀ ਮੈਂ ਉਹ ਤੋਂ ਮੈਂ ਜੋ ਉਹਨੇ BM ਲਈ ਆ ਤੇ ਮੈਂ ਓਡੀ ਲੈਣਾ, ਜੇ ਉਹਦੀ ਇੰਨੀ ਮਹਿੰਗੀ ਲਈ ਤਾਂ ਮੈਂ ਉਦੋਂ ਵੀ ਜ਼ਿਆਦਾ ਮਹਿੰਗੀ ਲੈਣਾ ਆ। ਇਸ ਕਰਕੇ ਲੋਕੀ ਦਿਖਾਵਾ ਬਹੁਤ ਜ਼ਿਆਦਾ ਕਰਦੇ ਆ, ਸ਼ੋਅ ਆਫ ਬਹੁਤ ਕਰਦੇ ਆ। ਇਹ ਜਿਹੜੀ ਸ਼ੋਅ ਆਫ ਆ ਇਹ ਚੰਗੀ ਨਹੀਂ ਹੈ, ਕਿਉਂਕਿ ਇਹ ਸ਼ੋਅ ਆਫ ਕਾਹਦੇ ਵਾਸਤੇ ਕਰਨੀ ਆ? ਆਪਣਾ ਦੇਖੋ ਆਪਣਾ ਸਾਦਾਪਨ ਹੋਣਾ ਚਾਹੀਦਾ। ਹਾਂ ਜਿਹੜੀਆਂ ਤੁਹਾਨੂੰ ਜ਼ਰੂਰੀ ਚੀਜ਼ਾਂ ਚਾਹੀਦੀਆਂ ਉਹ ਤੁਹਾਨੂੰ ਆਪਣੀ ਰੋਜ਼ਾਨਾ ਦੇ ਵਿੱਚ ਰੋਜ਼ ਦੀਆਂ ਚੀਜ਼ਾਂ ਵਾਸਤੇ ਤਾਂ ਤੁਹਾਨੂੰ ਪੈਸੇ ਖਰਚਣੇ ਪੈਂਦੇ ਹੈਗੇ ਆ, ਉੱਥੇ ਤਾਂ ਤੁਸੀਂ ਕੰਜੂਸੀ ਕਰ ਵੀ ਨਹੀਂ ਸਕਦੇ। ਤੇ ਬਾਕੀ ਤੁਹਾਡਾ ਜਿਹੜਾ ਹੈਗਾ ਆ ਟੌਪਿਕ ਬਹੁਤ ਅੱਛਾ ਜਾ ਰਿਹਾ ਆ। ਥੈਂਕ ਯੂ ਸੋ ਮਚ ਮੈਨੂੰ ਟਾਈਮ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ ਚਾਂਦ ਜੀ। ਇਹ ਤਾਂ ਅਸੀਂ ਜੀ ਚਾਂਦ ਜੈਰਤ ਹੋਣੀ ਲੰਡਨ ਤੋਂ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਗਏ ਆ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਜਿਹੜੇ ਆਪਣੇ ਵਿਚਾਰ ਹੈ ਸਾਡੇ ਨਾਲ ਸਾਂਝੇ ਕਰ ਸਕਦੇ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦਿਮਾਗ ਵਿੱਚ ਆ ਰਹੀਆਂ ਹੈਗੀਆਂ। ਜਿਹੜੀ ਸਾਡੀ ਸੋਚ ਹੈ ਉਹੀ ਜਿਹੜੀ ਆ ਸਾਰੀ ਚੇਂਜ ਲੈ ਕੇ ਆਉਂਦੀ ਆ। ਸੋਚ ਤੋਂ ਬਾਅਦ ਅਸੀਂ ਐਕਸ਼ਨ ਕਰਦੇ ਹੈਗੇ ਆ, ਐਕਸ਼ਨ ਤੋਂ ਬਾਅਦ ਜਿਹੜਾ ਸਾਡਾ ਹੌਲੀ ਉਹ ਵਰਤਾਅ ਬਣ ਜਾਂਦਾ ਹੈਗਾ, ਸਾਡੀ ਆਦਤ ਬਣ ਜਾਂਦੀ ਹੈ। ਅਤੇ ਮਹਾਤਮਾ ਬੁੱਧ ਨੇ ਵੀ ਯਾਨੀ ਕਿ ਕਿਹਾ ਸੀ, ਕਹਿੰਦਾ ਥੋਟ ਚੇਂਜ ਦ ਵਰਲਡ ਐਂਡ ਦੈਟਸ ਟਰੂ। ਯਾਨੀ ਕਿ ਜਦੋਂ ਅਸੀਂ ਕੋਈ ਵੀ ਚੇਂਜ ਲਿਆਉਣੀ ਚਾਹੁੰਦੇ ਆਪਣੀ ਜ਼ਿੰਦਗੀ ਦੇ ਵਿੱਚ, ਚਾਹੇ ਉਹ ਮੈਨਰਸ ਦੀ ਗੱਲ ਹੈਗੀ ਆ, ਚਾਹੇ ਕੋਈ ਟੀਚਾ ਅਸੀਂ ਜਿਹੜਾ ਐਕਸੈਪਟ ਕਰਨਾ ਹੈਗਾ, ਚਾਹੇ ਯਾਨੀ ਕਿ ਅਸੀਂ ਕੋਈ ਹੋਰ ਜਿਹੜੀ ਸਾਡੀ ਮਾੜੀ ਆਦਤ ਹੈਗੀ ਉਹਨੂੰ ਬਦਲਣਾ ਹੈਗਾ, ਅਤੇ ਸਾਡੇ ਦਿਮਾਗ ਵਿੱਚ ਪਹਿਲਾਂ ਵਿਚਾਰ ਆਉਂਦਾ ਹੈਗਾ। ਅਤੇ ਦੂਸਰੀ ਗੱਲ ਇਹ ਹੈ ਵੀ ਅਸੀਂ ਆਪਣੇ ਆਪ ਨਾਲ ਕਿੰਨੇ ਕੁ ਇਮਾਨਦਾਰ ਹੈ, ਇਹ ਵੀ ਗੱਲ ਯਾਨੀ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਕਹਿੰਦੇ ਕੁਛ ਹੋਰ ਹਾਂ ਅਤੇ ਕਰਦੇ ਕੁਛ ਹੋਰ ਹੈਗੇ ਹਾਂ। ਅਤੇ ਅਸੀਂ ਕੀ ਆਪਣੀ ਜਿਹੜੀ ਐਗਜ਼ਾਮਪਲ ਆ ਉਹ ਆਪ ਪਹਿਲਾਂ ਮਿਸਾਲ ਉਹਦੀ ਪੈਦਾ ਕਰਦੇ ਹਾਂ। ਇਹ ਮਿਸਾਲ ਯਾਨੀ ਕਿ ਜਿਹੜੀ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਐਕਸ਼ਨ ਸਪੀਕ ਦੈਮਸੈਲਵਸ, ਯਾਨੀ ਕਿ ਇਸ ਤੋਂ ਬਿਨਾਂ ਜਿਹੜੀ ਹੈਗੀ ਆ ਤੁਹਾਡਾ ਵਰਤਾਅ ਇੱਕ ਦੂਜੇ ਨਾਲ, ਤੁਹਾਡਾ ਜਿਹੜਾ ਹੈਗਾ ਇੱਕ ਦੂਜੇ ਨਾਲ ਇੰਟਰਪਰਸਨਲ ਸਕਿੱਲਸ ਕਿੱਦਾਂ ਹੈਗੀਆਂ, ਕਿ ਤੁਸੀਂ ਕਿਸੇ ਦੀ ਪਿੱਠ ਪਿੱਛੇ ਚੁਗਲੀਆਂ ਕਰਦੇ ਆ, ਯਾਨੀ ਕਿ ਜੇ ਕਿਸੇ ਦੀ ਪ੍ਰਸ਼ੰਸਾ ਕਰਨੀ ਤਾਂ ਉਹਦੀ ਦੱਬ ਕੇ ਪ੍ਰਸ਼ੰਸਾ ਕਰੋ, ਜਿਹਦੇ ਜੀ ਪ੍ਰਸ਼ੰਸਾ ਕਰੋ। ਜੇ ਤੁਸੀਂ ਕਿਸੇ ਨੂੰ ਨਹੀਂ ਚੰਗਾ ਸਮਝਦੇ ਹੈਗੇ ਤਾਂ ਠੀਕ ਹੈਗਾ, ਉਹ ਤੋਂ ਕਿਨਾਰਾ ਕਸ਼ੀ ਕਰ ਲਓ, ਉਹਨੂੰ ਕੋਲ ਵੀ ਥੈਂਕ ਯੂ ਵੀ ਸਾਡੀ ਮੇਰਾ ਖਿਆਲ ਵਿਚਾਰਧਾਰਾ ਨਹੀਂ ਰਲਣੀ ਹੈਗੀ, ਅਤੇ ਇਸ ਕਰਕੇ ਅਸੀਂ ਹੋਰ ਰਸਤੇ 'ਚ ਚੱਲਦੇ ਹੈਗੇ ਹਾਂ। ਜ਼ਰੂਰੀ ਥੋੜ੍ਹਾ ਲੈ ਤੁਸੀਂ ਸਾਰੀ ਦੁਨੀਆ ਨੂੰ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਜੀ, ਜੈ ਗੁਰਦੇਵ ਜੀ। ਮੈਂ ਗੁਰਬਚਨ ਬੋਲਦਾ ਮੈਨਚੈਸਟਰ ਤੋਂ। ਹਾਂ ਜੀ ਗੁਰਬਚਨ ਜੀ, ਆਪਣੇ ਘਰੋਂ ਹੀ ਬੋਲਦਾ। ਸਾਡੀ ਸਭ ਤੋਂ ਜਿਹੜੀ ਸੋਚ ਹੈ ਨਾ ਨੈਗੇਟਿਵ, ਉਹ ਖਤਮ ਕਰਨੀ ਚਾਹੀਦੀ ਹੈ। ਜਿੱਥੇ ਵੀ ਜਾਂਦੇ ਆ ਨਾ ਅਸੀਂ ਆਪਣਾ ਨੈਗੇਟਿਵ ਵਿਚਾਰ ਛੱਡ ਜਾਂਦੇ ਆ। ਕਿਸੇ ਦੇ ਘਰ ਜਾਂਦੇ ਆ ਨਾ, ਕਿਸੇ ਦੇ ਘਰ ਕੁੜੀ ਹੋਵੇ ਨਾ, ਕਿ ਕੁੜੀ ਦਾ ਕਾਲਾ ਲੰਘ ਹੈ, ਚਲੋ ਕਰੀਮ ਕਰੂਮ ਲਾਸੀ ਚਿੱਟੀ ਹੋ ਜਾਸੀ, ਵਿਆਹੀ ਜਾਸੀ, ਮਤਲਬ ਉਹਨੂੰ ਨੈਗੇਟਿਵ ਦੇ ਕੇ ਜਾਣਗੇ। ਇਸ ਤਰ੍ਹਾਂ ਕਿਸੇ ਘਰ ਬੱਚਾ ਮੁੰਡਾ ਆਇਆਗਾ, ਉਹਦੇ ਘਰ ਵੀ ਜਾਣਗੇ, ਹਾਂ ਮੁੰਡੇ ਦੀ ਸ਼ਕਲ ਕੀ ਹੈ, ਅੱਖਾਂ ਤੇ ਠੀਕ ਨਹੀਂ ਹੈ, ਉਹਨੂੰ ਪੋਜ਼ਿਟਿਵ ਸੋਚ ਦੇਣਾ, ਨੈਗੇਟਿਵ ਦੇਣਗੇ। ਜੇ ਤੁਸੀਂ ਕਿਸੇ ਘਰ ਜਾਣ ਕੇ ਕੋਈ ਬਿਮਾਰ ਹੋਏਗਾ ਨਾ ਤੇ ਉਹਨੂੰ ਪੁੱਛਣਗੇ ਅੱਛਾ ਇਹ ਬਿਮਾਰ ਹੈ, ਕੀ ਬਿਮਾਰੀ ਹੈ, ਫਲਾਣੀ, ਅੱਛਾ ਇਹ ਉਹ ਬਿਮਾਰੀ ਹੈ, ਮੇਰੀ ਚਾਚੀ ਵੀ ਉਸੇ ਬਿਮਾਰੀ ਨਾਲ ਮਰੀ ਸੀ। ਮਤਲਬ ਇੰਨਾ ਨੈਗੇਟਿਵ ਕਰਨਗੇ, ਜਿਹਦੇ ਘਰ ਬਿਹਤਰ ਉਹਦੇ ਘਰ ਨਾ ਤੁਸੀਂ ਜਾਓ ਜੇ ਅਸੀਂ ਨੈਗੇਟਿਵ ਵਿਚਾਰ ਦੇਣੇ ਹੋ। ਦੇਖੋ ਇੱਥੇ ਬੰਦਾ ਗੰਦੇ ਤੋਂ ਗੰਦਾ ਵੀ ਹੋਵੇ, ਨੱਕ ਵਗਦਾ ਹੋਵੇ ਨਾ, ਤਾਂ ਵੀ ਕੋਈ ਗੋਰੀ ਮਿਲੇਗੀ ਕਿ ਉਹ ਗੌਰਜੀਅਸ, ਕਿੰਨਾ ਸੋਹਣਾ ਮੁੰਡਾ ਹੈ, ਕਿੰਨੇ ਅੱਛੇ ਖਿਆਲ, ਤੇ ਮਾਂ ਕਿੰਨੀ ਖੁਸ਼ ਹੋ ਜਾਂਦੀ ਹੈ।
ਤੇ ਇਸ ਤਰ੍ਹਾਂ ਹੀ ਵਿਆਹ ਤੇ ਜਾਣਗੇ ਨਾ, ਕਿਸੇ ਕੁੜੀ ਨੇ ਸੂਟ ਪਾਇਆ, ਹਾਂ ਇਹ ਕੁੜੀ ਕੀ ਸੂਟ ਪਾਇਆ ਜਿਹੜਾ ਮੈਚ ਨਹੀਂ ਕਰਦਾ, ਆ ਸ਼ਕਲ ਕੀ ਬਣਾਈ ਆ, ਤੂੰ ਤੇ ਕੁਝ ਖਾਂਦੀ ਨਹੀਂ ਆ। ਉਹ ਮਤਲਬ ਜਿਹੜੀ ਵਿਆਹ ਤੇ ਗਈ ਇੰਨੇ ਚਾਅ ਨਾਲ ਨਾ, ਉਹਦਾ ਸਾਰੀ ਲਾਈਫ ਖਰਾਬ ਕਰ ਦੇਣਾ। ਮੈਂ ਇਹ ਕਹਿਣਾ ਚਾਹਨਾ, ਜਿੱਥੇ ਜਾਓ ਐਪਰੀਸ਼ੀਏਟ ਕਰੋ, ਕਿੰਨੀ ਸੋਹਣੀ ਤੂੰ ਕੁੜੀ ਲੱਗਦੀ ਪਈ ਹੈ, ਕੀ ਖਾਣੀ ਹੈ, ਬੜੀ ਅੱਜ ਕੱਲ੍ਹ ਲਾਲ ਸੁਰਖ ਹੋਈ ਪਈ ਹੈ, ਤੂੰ ਤੇ ਜਵਾਨ ਹੋ ਗਈ ਹੈ। ਦੇਖੋ ਉਹ ਕੁੜੀ ਦਾ ਦੁਗਣਾ ਦਿਲ ਹੋ ਜਾਂਦਾ ਤੇ ਉਹ ਕਹਿੰਦੀ ਆਂਟੀ ਤੂੰ ਤੇ ਮੇਰੇ ਵਾਸਤੇ ਖੁਦਾ ਹੈਗੀ ਹੈ। ਤੇ ਮੈਂ ਗੱਲਾਂ ਠੀਕ ਕਹੀਆਂ ਕਿ ਨਹੀਂ? ਪਰ ਗੁਰਬਚਨ ਜੀ ਇਹ ਦੱਸੋ ਲੈ ਵੀ ਇਹ ਸਾਡੇ ਲੋਕਾਂ ਵਿੱਚ ਇੰਨਾ ਵੱਡੇ ਇਹ ਨੁਕਸ ਕਿਉਂ ਹੈ? ਬਸ ਇਹ ਨੈਗੇਟਿਵ ਥਾਟ, ਇਸ ਕਰਕੇ ਕਿਸੇ ਦੀ ਅੱਛਾਈ ਦੇਖ ਨਹੀਂ ਸਕਦੇ। ਸਾਡੇ ਵਿੱਚ ਇਹ ਕੀਤੀ ਹੈ, ਕਿਉਂ ਨਾ ਅਖਬਾਰਾਂ ਚ ਆਵੇ, ਕਿਉਂ ਨਾ ਦੱਸੇ ਕਿ ਮੈਂ ਐਥਲੀਟ ਚ ਆਇਆ, ਫੁੱਟਬਾਲ ਚ ਮੈਂ ਪਲੇਅਰ ਆਇਆ, ਤਾਂ ਜੇ ਬੱਚਿਆਂ ਦੂਜਿਆਂ ਨੂੰ ਇਨੀਸ਼ੀਏਟਿਵ ਮਿਲੇ ਭਈ ਅਸੀਂ ਵੀ ਤਰੱਕੀ ਕਰਕੇ। ਹੈਲੋ, ਹਾਂ ਮੈਂ ਕਿਹਾ ਜੀ ਇਹ ਗੁਰਬਚਨ ਜੀ ਆਪਣੇ ਚ ਇਨਫੀਰੀਅਰਿਟੀ ਕੰਪਲੈਕਸ ਹੈ। ਸਾਰੀ ਆਵਾਜ਼ ਨਹੀਂ ਆਈ। ਨਹੀਂ ਮੈਂ ਕਹਿੰਦਾ ਵੀ ਇਹ ਸਾਡੇ ਵਿੱਚ ਯਾਨੀ ਕਿਹੜੀ ਹੈਗੀ ਆ, ਸਾਡੇ ਚ ਆਪਣੇ ਆਪ ਵਿੱਚ ਘਟੀਆਪਨ ਹੈਗਾ ਲੈ ਵੀ ਅਸੀਂ ਕਿਸੇ ਨੂੰ ਅਪਰੀਸ਼ੀਏਟ ਨਹੀਂ ਕਰਦੇ। ਨਹੀਂ ਘਟੀਆ ਨਹੀਂ, ਇਹਨਾਂ ਨੂੰ ਜੂਨੇ ਮਤਲਬ ਦੂਜਾ ਨੈਗੇਟਿਵ ਥਾਟ ਰਹਿੰਦਾ, ਹਾਏ ਇਹਦਾ ਮੁੰਡਾ ਅੱਗੇ ਕਿਉਂ ਨਹੀਂ ਗਿਆ। ਹਮੇਸ਼ਾ ਪਤਾ ਕੀ ਕਹਿਣਗੇ, ਇਹ ਤਾਂ ਗੁਆਂਢੀ ਦਾ ਮੁੰਡਾ ਕਿੰਨੀ ਮਿਹਨਤੀ ਹੈ ਤੇ ਤੂੰ ਤੇ ਪੜ੍ਹਦਾ ਹੀ ਕੋਈ ਨਹੀਂ ਹੈਗਾ। ਉਹ ਇੱਕ ਦਫਾ ਬੱਚਾ ਜਾਂਦਾ ਸੀ, ਉਹ ਬੱਚੇ ਨੂੰ ਹਮੇਸ਼ਾ ਪਿਓ ਕਹਿੰਦਾ ਸੀ ਤੂੰ ਦੇਖ ਇਹ ਨਾਲ ਗੁਆਂਢੀ ਮੁੰਡਾ ਕਿੰਨਾ ਪੜ੍ਹਦਾ ਹੈ, ਉਹ ਕਰਦਾ ਹੈ। ਤੇ ਉਹ ਬੱਚਾ ਕਾਰ ਜਾਂਦਾ ਪਿਆ ਸੀ ਤੇ ਡੈਡੀ ਨੂੰ ਕਹਿਣ ਲੱਗਾ, ਡੈਡੀ ਇਹ ਦੇਖੋ ਇਹ ਕਾਰ ਨੇ ਤੁਹਾਨੂੰ ਓਵਰਟੇਕ ਕਰ ਲਿਆ। ਤੇ ਉਹ ਡੈਡੀ ਕਹਿਣ ਲੱਗਾ ਇਹ ਮਰਸੀਡੀਜ਼ ਨਵੀਂ ਕਾਰ ਹੈ, ਕੋਈ ਡਰ ਨਹੀਂ। ਇੱਕ ਹੋਰ ਡੈਡੀ ਕਹਿੰਦਾ, ਫਿਰ ਘਰ ਕਹਿੰਦਾ ਡੈਡੀ ਇਹ ਮੇਰੇ ਚ ਗੱਲ ਹੈ, ਤੁਸੀਂ ਕੰਪੈਰੀਜ਼ਨ ਨਾਲ ਬੱਚੇ ਨਾਲ ਕਰਦੇ ਹੋ। ਉਹ ਬੱਚਾ ਹੋਰ ਤਰ੍ਹਾਂ ਪੈਦਾ ਹੋਇਆ, ਮੈਂ ਹੋਰ ਤਰ੍ਹਾਂ ਹੋਇਆ, ਮੇਰੇ ਪੇਰੈਂਟਸ ਹੋਰ, ਮੇਰੇ ਹੋਰ, ਹਰ ਇੱਕ ਦੇ ਡਿਫਰੈਂਟ ਵਿਚਾਰ। ਤੇ ਜੇ ਅਸੀਂ ਇਹ ਸੋਚੀਏ, ਦੇਖੋ ਕੁੜੀ ਸੀ ਨਾ, ਹਮੇਸ਼ਾ ਮਾਂ ਕਹਿੰਦੀ ਦੇਖ ਗਾਣੀ ਕੁੜੀ ਕਿੰਨੀ ਚੱਲ ਗਈ ਹੈ, ਤੂੰ ਤੇ ਫਾਲੋ ਕਰੇ। ਉਹ ਕੁੜੀ ਕਿਤੇ ਦੂਜੇ ਦਿਨ ਨੱਸ ਗਈ ਤੇ ਉਹ ਕੁੜੀ ਮਾਂ ਕੋਲ ਗਈ, ਮਾਂ ਗਾਣੀ ਦੀ ਕੁੜੀ ਨੱਸ ਗਈ ਹੈ, ਹੁਣ ਮੈਂ ਵੀ ਨੱਸ ਜਾਵਾਂ। ਤੇ ਤਾਂ ਮਾਂ ਨੂੰ ਸਬਕ ਆਇਆ ਭਈ ਅਸੀਂ ਹਮੇਸ਼ਾ ਕੋਸ਼ਿਸ਼ ਕਰੀਏ ਆਪਣੇ ਬੱਚੇ ਨੂੰ ਕਹੀਏ ਤੂੰ ਤੇ ਬੜਾ ਚੰਗਾ ਤੂੰ। ਅੱਛਾ ਦੂਜਾ, ਸਾਡੇ ਕੋਲ ਮਿਲੀਅਨ ਪਾਉਣ ਵੀ ਹੋਣਗੇ ਜਾਂ 2 ਲੱਖ ਵੀ ਪਾਉਣੇ ਨਾ, ਅਸੀਂ ਬੱਚੇ ਨੂੰ ਨਹੀਂ ਦੇ ਸਕਦੇ, ਇਹ ਸਾਡਾ ਬੱਚਾ ਗਵਾ ਦੇਗਾ। ਬਿਜ਼ਨਸ ਨਹੀਂ ਕਰਨ ਦਿਆਂਗੇ, ਪਿਓ ਆਪਣੇ ਨਾਲ ਲੈ ਕੇ ਮਰ ਜਾਏਗਾ ਲੇਕਿਨ ਬੱਚੇ ਨੂੰ ਤਰੱਕੀ ਨਹੀਂ ਕਰਨ ਦੇਗਾ। ਇਹ ਅਗਰ ਪਿਓ ਜਿਹਨਾਂ ਨੂੰ 50,000 ਦੀ ਦੁਕਾਨ ਖੋਲਦੇ ਜਾਂ ਕੋਈ ਬਿਜ਼ਨਸ ਖੋਲਦੇ ਜਾਂ ਹੋਰ, ਉਹ ਹੀ ਬੱਚਾ ਤਰੱਕੀ ਕਰਦਾ। ਸਾਡੇ 'ਚ ਕੀ ਨੈਗੇਟਿਵ ਹੈ, ਹਾਏ ਸਾਡਾ ਬੱਚਾ ਨਾ ਉਜਾੜ ਦੇਗਾ ਪੈਸਾ, ਇਹ ਸਾਡਾ ਪੈਸਾ ਚਲਾ ਜਾਏਗਾ, ਅਸੀਂ ਖਾਵਾਂਗੇ ਕਿੱਥੋਂ, ਰਵਾਂਗੇ ਕਿੱਥੋਂ। ਇਹ ਸਭ ਤੋਂ ਸਾਡਾ ਨੈਗੇਟਿਵ ਜੀਵਨ ਹੈ। ਕੋਈ ਬੱਚਾ ਤੁਸੀਂ ਮੈਂ ਤੁਹਾਨੂੰ ਟੀਵੀ ਤੇ ਕਹਿੰਦਾ ਅੱਛਾ ਨਹੀਂ ਲੱਗਦਾ, ਮੇਰਾ ਮੁੰਡਾ ਮੇਰੇ ਨਾਲ ਜੁਆਇਨ ਕੀਤਾ, ਕਹਿੰਦਾ ਕੰਪਿਊਟਰ ਲਾਣਾ, ਮੈਂ ਕਿਹਾ ਲਾ ਬੱਚੇ, ਇਹ ਲਾਣਾ ਇਹ ਲਾ, ਜੋ ਕਹਿੰਦਾ ਮੈਂ ਲਾਉਂਦਾ ਰਿਹਾ, ਅੱਜ ਉਹ ਮਲਟੀ ਮਿਲੀਅਨਰ ਬਣ ਗਿਆ। ਠੀਕ ਹੈ ਜੇ ਅੱਜ ਮੈਂ ਉਹਨੂੰ ਰੋਕ ਦਿੰਦਾ ਉੱਥੇ ਹੀ ਮੇਰਾ ਪੈਸਾ ਇਹ ਤੇ ਬਰਬਾਦ ਕਰ ਦੇਗਾ। ਅੱਜ ਬੱਚੇ ਨੇ ਉੱਥੇ ਹੀ ਕਿਤੇ ਨੌਕਰੀ ਕਰਦੀ ਹੋਣੀ ਸੀ ਤੇ ਡਿਪਰੈਸ ਹੋ ਕੇ ਘਰ ਬੈਠਾ ਹੁੰਦਾ। ਸੋ ਕਹਿਣ ਦਾ ਭਾਵੇਂ ਹਰ ਬੱਚੇ ਨੂੰ ਆਪਣੇ ਨੂੰ ਸੋਚੋ, ਹੀ ਇਜ਼ ਦਾ ਮੋਸਟ ਇੰਟੈਲੀਜੈਂਟ ਬॉय, ਇਹ ਸਭ ਤੋਂ ਚੰਗਾ, ਸਭ ਤੋਂ ਵਧੀਆ, ਸਭ ਤੋਂ ਖੂਬਸੂਰਤ ਹੈ। ਉਸ ਬੱਚੇ ਦਾ ਉਤਲਾ ਦੁਗਣਾ ਹੌਸਲਾ ਹੋਵੇ ਤਾਂ ਜੇ ਉਹ ਦੂਜਿਆਂ ਵਾਸਤੇ ਮਿਸਾਲ ਬਣੇ। ਥੈਂਕ ਯੂ ਜੀ, ਥੈਂਕ ਯੂ ਗੁਰਬਚਨ ਜੀ, ਬਹੁਤ ਮਿਹਰਬਾਨੀ ਗੁਰਬਚਨ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਗੁਰਬਚਨ ਹੋਣੀ ਮਾਨਚੈਸਟਰ ਤੋਂ, ਜਿਹੜੇ ਬਹੁਤ ਸਾਰੀਆਂ ਗੱਲਾਂ ਕਰਕੇ ਗਏ ਹੈਗੇ ਆ, ਆਪਣੀਆਂ ਐਗਜ਼ਾਮਪਲਸ ਵੀ ਦਿੱਤੀਆਂ ਹੈਗੀਆਂ। ਬਹੁਤ ਕੁਛ ਅਸੀਂ ਜਿਹੜਾ ਹੈਗਾ ਇੱਕ ਦੂਜੇ ਤੋਂ ਲਰਨ ਕਰਦੇ ਹਾਂ। ਇਹਨਾਂ ਗੁਰਬਚਨ ਜੀ ਤੋਂ ਵੀ ਬਹੁਤ ਕੁਛ ਲਰਨ ਕੀਤਾ ਹੈਗਾ ਕਿ ਜਿਹੜੇ ਸਾਡੇ ਨੈਗੇਟਿਵ ਥੋਟਸ ਹੈਗੇ ਆ ਉਹਨਾਂ ਨੂੰ ਰੋਕਣਾ ਚਾਹੀਦਾ, ਐਪਰੀਸ਼ੀਏਟ ਕਰਨਾ ਚਾਹੀਦਾ। ਜੈਲਸੀ ਜਿਹੜੀ ਸਾਡੇ ਵਿੱਚ ਬਹੁਤ ਜ਼ਿਆਦਾ ਹੈਗੀ ਆ, ਆਮ ਲੋਕਾਂ ਨੇ ਮੈਂ ਦੇਖਿਆ, ਰਿਸ਼ਤੇਦਾਰੀਆਂ ਵਿੱਚ ਵੀ, ਦੋਸਤਾਂ ਮਿੱਤਰਾਂ ਵਿੱਚ ਵੀ ਜੈਲਸੀ ਨਾਲ ਅਸੀਂ ਭਰੇ ਭੁਕੁੰਨੇ ਪਏ ਹੈਗੇ ਹਾਂ। ਅਤੇ ਸਾਡੇ ਜਿਹੜਾ ਹੈਗਾ ਕਿਸੇ ਨੂੰ ਐਪਰੀਸ਼ੀਏਟ ਕਰਦੇ, ਸਾਨੂੰ ਆਪਣੇ ਆਪ ਵਿੱਚ ਗਲਾਨੀ ਆਉਂਦੀ ਹੈ ਸ਼ਾਇਦ ਵੀ ਅਸੀਂ ਖਰੇ ਪਤਾ ਨਹੀਂ ਕੀ ਕਰ ਦੇਣਾ ਹੈਗਾ। ਜੇ ਕਿਸੇ ਦੇ ਅਸੀਂ 4 ਜਿਹੜੇ ਸ਼ਬਦ ਹੈਗੇ ਆ ਉਹਦੀ ਪ੍ਰਸ਼ੰਸਾ ਬੋਲ ਦਈਏ, ਉਹਨੂੰ ਹੌਸਲਾ ਦੇ ਸਕੀਏ। ਅਤੇ ਇਹ ਗੱਲ ਜਿਹੜੀ ਹੈਗੀ ਆ, ਇਹ ਬਾਰ-ਬਾਰ ਸਾਈਕੈਟਰਿਸਟ ਅਤੇ ਹੋਰ ਜਿਹੜੇ ਇੰਟਲੈਕਚੁਅਲਸ ਹੈਗੇ ਉਹਨਾਂ ਨੇ ਬਾਰ-ਬਾਰ ਇਹ ਗੱਲ ਜਿਹੜੀ ਆ ਸਾਹਮਣੇ ਲੈ ਕੇ ਆਂਦੀ ਆ ਵੀ ਜਦੋਂ ਅਸੀਂ ਬੱਚੇ ਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਬੱਚੇ ਦਾ ਹੌਸਲਾ ਬਹੁਤ ਵੱਧਦਾ ਹੈਗਾ, ਉਹਦਾ ਸੈਲਫ ਕੋਨਫੀਡੈਂਸ ਵੱਧਦਾ, ਉਹਦਾ ਆਤਮ ਵਿਸ਼ਵਾਸ ਵੱਧਦਾ। ਅਤੇ ਉਹ ਜਿਹੜੇ ਬੱਚੇ ਹੈਗੇ ਵੱਡੇ ਹੋ ਕੇ ਬਹੁਤ ਵੱਡੀਆਂ ਪੜਾਂਘਾਂ ਪੱਟਦੇ ਹੈ। ਜਦੋਂ ਬੱਚਿਆਂ ਨੂੰ ਤੁਸੀਂ ਨੈਗੇਟਿਵ ਥੋਟਸ ਦਿੰਦੇ ਹੈਗੇ ਆ, ਉਹਨਾਂ ਦੀ ਟੋਕਾ ਟਾਕੀ ਕਰੀ ਜਾਂਦੇ ਹੈਗੇ ਆ ਹਰ ਗੱਲ 'ਤੇ, ਉਹ ਬੱਚੇ ਦੱਬੂ ਕਿਸਮ ਦੇ ਹੋ ਜਾਂਦੇ ਆ, ਉਹਨਾਂ ਵਿੱਚ ਨਫ਼ਰਤ ਪੈਦਾ ਹੋ ਜਾਂਦੀ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਜੀ। ਮੈਂ ਧਰਮਚੰਦ ਮਹੇ ਬੋਲਦਾ ਜੀ, ਬਰਮਿੰਘਮ ਤੋਂ। ਹਾਂਜੀ ਮਹੇ ਸਾਹਿਬ, ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਆ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ। ਹਾਂਜੀ, ਜਿਹੜਾ ਪ੍ਰੋਗਰਾਮ ਦਾ ਜਿਹੜਾ ਮੌਜੂ ਹੈਗਾ ਕਿ ਵੀ ਇਨਸਾਨ ਨੂੰ ਜ਼ਿੰਦਗੀ ਕਿੱਦਾਂ ਬਤੀਤ ਕਰਨੀ ਚਾਹੀਦੀ ਹੈ, ਜੀਣ ਦਾ ਢੰਗ ਕੀ ਹੋਣਾ ਚਾਹੀਦਾ। ਹਾਂਜੀ। ਸਾਡੇ ਸਮਾਜ ਦੇ ਵਿੱਚ ਸਦੀਆਂ ਤੋਂ ਇੱਕ
ਪਰੰਪਰਾ ਹੈ ਕਿ ਵੀ ਅਸੀਂ ਕੰਮ ਕੋਈ ਸਿੱਧਾ ਨਹੀਂ ਕਰਨਾ ਜਾਂ ਮਤਲਬ ਸੋਚ ਕੇ ਨਹੀਂ ਕਰਨਾ। ਅਗਰ ਤੁਸੀਂ ਜ਼ਿੰਦਗੀ ਨੂੰ ਸੋਚ ਕੇ ਚੱਲੋ ਤਾਂ ਸਾਨੂੰ ਰਸਤੇ ਲੱਭਦੇ ਰਹਿੰਦੇ ਆ। ਜਦੋਂ ਅਸੀਂ ਅਚਾਨਕ ਬਗੈਰ ਸੋਚੇ ਤੋਂ ਟੱਕਰਾਂ ਮਾਰਨੀਆਂ ਸ਼ੁਰੂ ਕਰਾਂਗੇ ਤਾਂ ਸਾਨੂੰ ਫਿਰ ਰੁਕਾਵਟਾਂ ਹੀ ਰੁਕਾਵਟਾਂ ਜਾਂ ਮੁਸ਼ਕਲਾਂ ਆਉਣਗੀਆਂ। ਹਾਂਜੀ ਹਾਂਜੀ। ਇੱਕ ਅਸੂਲਪਨ ਹੋਣਾ ਚਾਹੀਦਾ ਇਨਸਾਨ ਦੇ ਵਿੱਚ, ਪਲੈਨਿੰਗ ਤੇ ਡਿਸਿਪਲਿਨ, ਇਹ ਬਹੁਤ ਜ਼ਰੂਰੀ ਆ। ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ ਉਹ ਸੀ ਕਿ ਬਈ ਜੀਣ ਦਾ ਢੰਗ ਕੀ ਹੋਣਾ ਚਾਹੀਦਾ। ਹਾਂਜੀ ਹਾਂਜੀ। ਪਹਿਲੀ ਗੱਲ ਤਾਂ ਇਹ ਕਿ ਤੁਹਾਡਾ ਕੋਈ ਅਸੂਲ ਹੋਣਾ ਚਾਹੀਦਾ। ਇਹ ਵੀ ਅਸੂਲ ਨੇ ਵੀ ਮੈਂ ਆਪ ਪੈਸਾ ਖਰਚਣਾ ਨਹੀਂ, ਦੂਜੇ ਜਾ ਕੇ ਰੋਟੀ ਖਾਣੀ, ਇਹ ਵੀ ਗੱਲ ਗਲਤ ਆ। ਬਹੁਤ ਸਾਰੇ ਲੋਕਾਂ ਦਾ ਇਹ ਅਸੂਲ ਆ ਕਿ ਵੀ ਆਪਾਂ ਏਦਾਂ ਕਰਨੀ ਆ ਵੀ ਆਪ ਰੋਟੀ ਇੱਕ ਦਿਨ ਘਰ ਖਾਣੀ ਆ ਤੇ 4 ਦਿਨ ਬਾਕੀ ਯਾਰਾਂ ਦੋਸਤਾਂ ਦੇ, ਕਦੀ ਉਹਦੇ ਕਦੀ 5 ਦਿਨ ਫਿਰ ਆਪਣੇ ਘਰ। ਇਹ ਉਹਨਾਂ ਦੇ ਆਪਣੇ ਫਾਇਦੇ ਵਾਸਤੇ ਹੈ, ਪਰ ਲੋਕਾਂ ਦੇ ਫਾਇਦੇ 'ਚ ਨਹੀਂ ਹੁੰਦਾ। ਔਰ ਇਹੋ ਜਿਹਾ ਅਸੂਲ ਕਦੀ ਤੁਹਾਨੂੰ ਜ਼ਿੰਦਗੀ 'ਚ ਕਾਮਯਾਬੀ ਨਹੀਂ ਹੋਣ ਦਿੰਦਾ। ਅਸੂਲ ਬਣਾਓ ਜਿਹਦੇ ਵਿੱਚ ਤੁਹਾਡੀ ਇੱਜ਼ਤ ਵੀ ਹੋਵੇ, ਤੁਹਾਡਾ ਡਿਸਿਪਲਿਨ ਵੀ ਹੋਵੇ, ਲੋਕ ਤੁਹਾਡੀ ਕਦਰ ਵੀ ਕਰਨ। ਤੁਹਾਡੇ ਕੋਲ ਪੈਸਾ ਉਹੀ ਵਧੀਆ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਇੰਜੋਏ ਕਰ ਸਕੋ, ਲੋਕ ਤੁਹਾਨੂੰ ਵਧੀਆ ਪਲੈਨਿੰਗ ਦੇ ਤੌਰ ਤੇ ਜਾਣਨ। ਜਦੋਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਵਧੀਆ ਢੰਗ ਨਾਲ, ਤੁਸੀਂ ਉਨੇ ਲੋਕਾਂ ਤੋਂ ਪੈਸਾ ਲੈਂਦੇ ਆ ਜਿੰਨਾ ਤੁਹਾਨੂੰ ਜਾਣਾ ਚਾਹੀਦਾ, ਤੇ ਲੋਕ ਤੁਹਾਡੀ ਕਦਰ ਕਰਦੇ ਆ। ਸਾਡੇ ਸਮਾਜ 'ਚ ਆ ਕਿ ਅਸੀਂ ਕਹਿੰਦੇ ਆ ਕਿ ਦੁਨੀਆ ਤੱਕ ਰਹੇ ਕੱਖ ਨਾ, ਮੇਰਾ ਜਾਵੇ ਕੁੱਖ ਨਾ। ਤੇ ਉਹ ਡਿਸਿਪਲਿਨ ਤੁਹਾਡੀ ਆਪਣੀ ਜੇਬ ਉਹਦੇ ਨਾ ਤਾਂ ਤੁਸੀਂ ਸੁੱਖ ਵੀ ਨਹੀਂ ਸੌ ਸਕਦੇ ਆ ਨਾ ਦੂਜੇ। ਤੇ ਮੈਂ ਇਹ ਸਮਝਦਾ ਕਿ ਵੀ ਜਿਹੜਾ ਸਾਡੀ ਸੋਚ ਹੈਗੀ ਆ ਉਹਦੇ ਵਿੱਚ ਅੱਛਾਪਨ ਹੋਣਾ ਚਾਹੀਦਾ, ਫੇਅਰਪਨ ਹੋਣਾ ਚਾਹੀਦਾ, ਧਾਰਮਿਕਪਨ ਹੋਣਾ ਚਾਹੀਦਾ। ਧਾਰਮਿਕ ਮਲੇ ਨਹੀਂ ਮੈਂ ਕਹਿੰਦਾ ਕਿ ਤੁਸੀਂ ਜਾ ਕੇ ਲੈ ਆਪਣੇ ਪਾਰਕਾਂ ਵਿੱਚ, ਮਤਲਬ ਇਹ ਕਿ ਵੀ ਧਾਰਮਿਕ ਤੁਸੀਂ ਆਪਣੇ ਜਿਹੜਾ ਇਸ਼ਟ ਹੈਗਾ ਤੁਹਾਡਾ, ਜਿਹੜੀ ਸੋਚ ਹੈਗੀ ਆ, ਅਸੂਲ ਦੇ ਮੁਤਾਬਕ ਸੋਚ ਹੋਵੇ, ਅਸੂਲ ਦੇ ਮੁਤਾਬਕ ਚੱਲੋ, ਅਸੂਲ ਦੇ ਮੁਤਾਬਕ ਪੈਸਾ ਖਰਚੋ, ਅਸੂਲ ਦੇ ਮੁਤਾਬਕ ਤੁਹਾਡੇ ਕੋਲ ਬੱਚੇ ਵੀ। ਆਪਣੇ ਬੱਚਿਆਂ ਨੂੰ ਜਦੋਂ ਬੱਚੇ ਦੇਖਦੇ ਹੋ ਸਾਡਾ ਬਾਪ, ਪੈਸਾ ਤੁਹਾਡੇ ਕੋਲ ਹੈ ਚਾਹੇ ਨਹੀਂ ਹੈ, ਅਗਰ ਤੁਹਾਡੇ ਬੱਚੇ ਦੇਖਦੇ ਆ ਕਿ ਜਿਹੜੇ ਮੇਰੇ ਮਾਂ ਬਾਪ ਹੈਗੇ ਆ ਉਹ ਡਿਸਿਪਲਿਨ ਦੇ ਵਿੱਚ ਰਹਿੰਦੇ ਆ, ਤੇ ਪੈਸੇ ਨੇ ਡਿਸਿਪਲਿਨ ਦੇ ਮੁਤਾਬਕ ਆਟੋਮੈਟਿਕਲੀ ਤੁਹਾਡੇ ਕੋਲ ਆਉਣਾ। ਡਾਕਟਰ ਸਾਹਿਬ ਤੁਸੀਂ ਵੀ ਜਾਣਦੇ ਆ, ਮੈਂ ਵੀ ਬਹੁਤ ਸਾਰੇ ਬੰਦਿਆਂ ਨੂੰ ਜਾਣਦਾ ਜਿਹਨਾਂ ਕੋਲ ਪੈਸਾ ਹੈਗਾ, ਕਿਉਂਕਿ ਪੈਸਾ ਉਹਨੇ ਕਮਾਇਆ ਬੇਅਸੂਲਾ, ਲੋਕਾਂ ਨਾਲ ਹੇਰਾਫੇਰੀ ਕਰਕੇ, ਲੋਕਾਂ ਨਾਲ ਧੋਖਾ ਕਰਕੇ, ਲੋਕਾਂ ਦੇ ਹੱਕ ਮਿਹਨਤ ਮਾਰ ਕੇ, ਲੇਕਿਨ ਉਹ ਆਪ ਸੌ ਨਹੀਂ ਦਿੱਤੇ। ਉਹਨਾਂ ਨੇ ਖੀਸੇ ਭਰੇ ਹੋਏ ਆ ਗੋਲੀਆਂ ਨਾਲ, ਤੇ ਉਹ ਫੱਕਾ ਮਾਰ ਕੇ ਫਿਰ ਆਪ ਨੂੰ ਸੌ ਸਕਦੇ ਆ। ਅਗਰ ਅਸੀਂ ਚਾਹੁੰਦੇ ਅਸੀਂ ਤਰੱਕੀ ਕਰੀਏ ਤਾਂ ਸਾਨੂੰ ਇੱਕ ਫੇਰ ਰਾਹ ਲੱਭਣਾ ਪਊਗਾ ਜਿਹਦੇ ਵਿੱਚ ਸਾਡੇ ਦਿਮਾਗ ਨੂੰ ਸੰਤੁਸ਼ਟੀ ਹੋਵੇ ਔਰ ਸਕੂਨ ਵੀ ਹੋਵੇ। ਸਾਨੂੰ ਸਕੂਨ ਹੈ ਨਹੀਂ ਤੇ ਅਸੀਂ ਗਲਤ ਤਰੀਕੇ ਨਾਲ ਅਸੀਂ ਚਾਹੁੰਦੇ ਕਿ ਓਵਰਨਾਈਟ ਸਭ ਕੁਛ ਹੋ ਜਾਏ। ਓਵਰਨਾਈਟ ਕੁਛ ਨਹੀਂ ਹੋਇਆ। ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਇੱਕ ਬਹੁਤ ਕਾਮਯਾਬ ਸ਼ਖਸ ਦੀ, ਸਿਰਫ ਉਹਦਾ ਪੈਸਾ ਹੀ ਕਾਮਯਾਬੀ ਨਹੀਂ ਹੈ, ਉਹਦਾ ਡਿਸਿਪਲਿਨ ਵੀ ਕਾਮਯਾਬੀ ਹੈ। ਬਿਲਕੁਲ ਉਹਦੀ ਹਰ ਸੋਚ, ਜਿੱਦਾਂ ਉਹਨੇ ਸੋਚਿਆ, ਜਿੱਦਾਂ ਉਹਨੇ ਅੱਗੇ ਨੂੰ ਵਧਣ ਦਾ ਸੋਚਿਆ। ਜਿੱਦਾਂ ਤੁਸੀਂ ਘਰ ਦੀ ਐਗਜ਼ਾਮਪਲ ਦਿੱਤੀ, ਉਹਦੇ ਘਰ ਆਲੇ ਦੁਆਲੇ ਕੋਈ ਫੈਂਸ ਨਹੀਂ ਹੈ, ਉਹ ਆਪਣੇ ਆਪ ਵਿੱਚ ਇੱਕ ਨਕਸ਼ਾ ਆ ਡਿਸਿਪਲਿਨ। ਬੰਦੇ ਨੇ ਆਪਣੇ ਮਾਈਂਡ ਨੂੰ ਕਿੱਦਾਂ ਸੈੱਟ ਕੀਤਾ। ਹਰ ਚੰਗੇ ਇਨਸਾਨ ਕੋਲੋਂ ਬਹੁਤ ਕੁਝ ਸਿੱਖਿਆ ਜਾ ਸਕਦਾ, ਪਰ ਅਸੀਂ ਉਹਦਾ ਅੱਛਾਪਨ ਦੇਖ ਲੈਂਦੇ ਹਾਂ, ਅਸੀਂ ਉਹਨੂੰ ਵਧੀਆ ਵੀ ਕਹਿ ਦਿੰਦੇ ਹਾਂ, ਲੇਕਿਨ ਉਹ ਤੋਂ ਅਸੀਂ ਆਪ ਕੁਝ ਸਿੱਖਦੇ ਨਹੀਂ ਹੈ। ਜੇ ਅਸੀਂ ਸਿੱਖਦੇ ਹਾਂ ਤਾਂ ਉਹ ਸਿੱਖਦੇ ਹਾਂ ਤੇ ਉਹਦੀਆਂ ਜੜ੍ਹਾਂ ਅਸੀਂ ਕਿੱਦਾਂ ਵੱਢਣੀਆਂ। ਇਹ ਸਾਡਾ ਸਮਾਜ ਆ। ਤੇ ਅਗਰ ਅਸੀਂ ਚਾਹੁੰਦੇ ਇੰਗਲੈਂਡ ਵਿੱਚ ਆ ਕੇ ਵੀ
ਸਮਾਜ ਵਿੱਚ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਦੇਖਦੇ ਹਾਂ ਕਿ ਸਿਰਫ ਇਹੀ ਸੋਚ ਆ ਬਈ ਤੁਸੀਂ ਧਾਰਮਿਕ ਲਾ ਲਓ, ਗੁਰਦੁਆਰਾ ਕਹਿੰਦੇ ਵੀ 11 ਰੁਪਈਏ ਦਾ ਪ੍ਰਸ਼ਾਦ ਚੜਾਓ, ਸਭ ਕੁਝ ਹੀ ਹੋ ਜਾਵੇ। ਮੇਰੇ ਨਿਆਣੇ ਵੀ ਪੜ੍ਹ ਜਾਣ, ਮੇਰੇ ਨਿਆਣੇ ਹੋਰ ਵੀ ਹੋ ਜਾਣ, ਮੇਰੀ ਗਰੀਬੀ ਵੀ ਦੂਰ ਹੋ ਜਾਵੇ, ਮੈਨੂੰ ਘਰ ਵੀ ਨਵਾਂ ਮਿਲ ਜਾਵੇ, ਮੇਰਾ ਹਸਬੈਂਡ ਵੀ 5-4 ਹੋ ਜਾਣ, ਯਾਨੀ ਸਭ ਕੁਛ ਤੋਂ 11 ਪਾਉਣਾ ਚ ਲੈਣਾ ਚਾਹੁੰਦੇ ਆ। ਅਗਰ ਤੁਸੀਂ ਸਹੀ ਤੌਰ ਤੇ ਜਿਹੜਾ ਧਰਮ ਕੋਈ ਵੀ ਆ, ਧਰਮ ਤੁਹਾਨੂੰ ਡਿਸਿਪਲਿਨ ਤੇ ਅਸੂਲ ਦੱਸਦਾ। ਦੇਖਣਾ ਇਹ ਆ ਕਿ ਤੁਸੀਂ ਉਹ ਕਿਸੇ ਵੀ ਧਰਮ ਦੇ ਅਸੂਲ ਚੰਗੇ ਹੋ ਸਕਦੇ ਆ, ਮਾੜੇ ਹੋ ਸਕਦੇ, ਲੇਕਿਨ ਹੈ ਉਹ ਅਸੂਲ। ਤੁਹਾਨੂੰ ਇਹ ਦੇਖਣਾ ਵੀ ਕਿਹੜੇ ਅਸੂਲ ਮੇਰੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਆ, ਕਿੱਦਾਂ ਮੈਂ ਇਨਸਾਨਾਂ ਦੇ ਵਿੱਚ ਇਨਸਾਨਾਂ ਵਾਂਗੂ ਜ਼ਿੰਦਗੀ ਬਤੀਤ ਕਰ ਸਕਦਾ। ਤਾਂ ਜਿਹੜੇ ਹੈਗੇ ਕਾਮਯਾਬੀ ਆ ਤੁਹਾਡੇ ਪਿੱਛੇ ਆਊਗੀ, ਲੇਕਿਨ ਡਿਸਿਪਲਿਨ ਦਾ ਹੋਣਾ ਬਹੁਤ ਜ਼ਰੂਰੀ ਆ, ਵਧੀਆ ਸੋਚ ਦਾ ਹੋਣਾ ਬਹੁਤ ਜ਼ਰੂਰੀ ਆ, ਵਧੀਆ ਦੋਸਤਾਂ ਦਾ ਹੋਣਾ ਬਹੁਤ ਜ਼ਰੂਰੀ ਆ, ਤੇ ਤੁਸੀਂ ਖਾਣਾ ਪੀਣਾ ਆਪੇ ਵਧੀਆ, ਲੇਕਿਨ ਡਿਸਿਪਲਿਨ ਤੇ ਪ੍ਰਿੰਸੀਪਲ ਇਹ ਬਹੁਤ ਜ਼ਰੂਰੀ ਆ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਧਰਮਚੰਦ ਮਹੇ ਹੋਣੀ, ਜਿਹੜੇ ਮੇਰੇ ਵੱਡੇ ਵੀਰ ਨੇ, ਅਤੇ ਇਹ ਅਸੀਂ ਇਕੱਠੇ ਦੋਨੇ ਪ੍ਰੋਗਰਾਮ ਜਿਹੜਾ ਹੈਗਾ ਫਰਾਈਡੇ ਨੂੰ ਵੀ ਕਰਦੇ ਹਾਂ, ਸਾਂਝੀਆਂ ਵਿਚਾਰਾਂ। ਬਹੁਤ ਬਹੁਤ ਮਿਹਰਬਾਨੀ ਧਰਮਚੰਦ ਜੀ। ਅਤੇ ਤੁਸੀਂ ਵੀ ਜਿਹੜਾ ਹੈਗਾ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ, ਆਪਣੇ ਤੋਂ ਅਜੇ ਵੀ 11 ਮਿੰਟ ਹੈਗੇ ਆ, ਕਿਉਂਕਿ ਬਹੁਤ ਸਾਰੀਆਂ ਯਾਨੀ ਕਿ ਗੱਲਾਂ ਯਾਨੀ ਕਿ ਸਾਹਮਣੇ ਆ ਰਹੀਆਂ ਹੈਗੀਆਂ। ਜਦੋਂ ਅਸੀਂ ਕਿਸੇ ਨਾਲ ਕੋਈ ਧੱਕਾ ਹੁੰਦਾ ਦੇਖਦੇ ਹੈਗੇ ਹਾਂ, ਉਹਨਾਂ ਅਸੂਲਾਂ 'ਤੇ ਵੀ ਖੜਨਾ ਇਹ ਇੱਕ ਜ਼ਿੰਦਗੀ ਜੀਣ ਦਾ ਆਪਣਾ ਤਰੀਕਾ ਹੈਗਾ। ਅਤੇ ਜਿਹੜੇ ਬੰਦੇ ਇਹਨਾਂ ਜਿਹੜੀਆਂ ਗੱਲਾਂ ਕਿਸੇ ਨਾਲ ਗਲਤ ਹੋ ਰਹੀਆਂ ਹੈਗੀਆਂ, ਕਿਸੇ ਨਾਲ ਔਰਤਾਂ ਨਾਲ ਧੱਕਾ ਹੋ ਰਿਹਾ, ਜਾਤ ਪਾਤ ਦੇ ਨਾਲ ਧੱਕਾ ਹੋ ਰਿਹਾ, ਜਾਂ ਰੰਗ ਦੇ ਆਧਾਰ 'ਤੇ ਹੋ ਰਿਹਾ, ਜਾਂ ਡਿਸੇਬਿਲਿਟੀ ਦੇ ਆਧਾਰ 'ਤੇ ਕਿਸੇ ਨਾਲ ਧੱਕਾ ਹੋ ਰਿਹਾ, ਉੱਥੇ ਯਾਨੀ ਕਿ ਖੜ੍ਹੇ ਰਹਿਣਾ ਉਹ ਬੰਦਿਆਂ ਨੂੰ ਫਿਰ ਸਾਰੀ ਦੁਨੀਆ ਯਾਨੀ ਕਿ ਚੇਤੇ ਰੱਖਦੀ। ਅਤੇ ਇਹੋ ਜਿਹੇ ਜਿਹੜੇ ਬੰਦੇ ਹੈਗੇ ਆ ਉਹ ਇਤਿਹਾਸ ਸਿਰਜਦੇ ਹੈਗੇ ਆ। ਅਤੇ ਜਦੋਂ ਤੁਸੀਂ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਨਮਸਤੇ ਜੀ, ਮੈਂ ਕੈਨੇਡਾ ਤੋਂ ਬੋਲਦੀ ਹਾਂ, ਸ਼ਾਂਤੀ ਮੇਰਾ ਨਾਮ ਹੈ ਜੀ। ਅੱਛਾ ਸ਼ਾਂਤੀ ਜੀ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਟੌਪਿਕ ਬਾਰੇ? ਓਕੇ, ਤੁਸੀਂ ਅੱਜ ਦਾ ਟੌਪਿਕ ਤੁਹਾਡਾ ਪ੍ਰਿੰਸੀਪਲ ਆਫ ਲਾਈਫ ਹੈਗਾ। ਹਾਂਜੀ ਹਾਂਜੀ। ਮੇਰੇ ਖਿਆਲ ਨਾਲ ਜੇ ਆਪਣੀ ਲਾਈਫ ਦੇ ਵਿੱਚ ਕੋਈ ਪ੍ਰਿੰਸੀਪਲ ਨਹੀਂ ਹੈਗੇ, ਜਿਵੇਂ ਇੱਕ ਕਸ਼ਤੀ ਕਿਸੇ ਸੀ ਦੇ ਵਿੱਚ ਆ, ਉਹ ਪਾਣੀ ਤੇ ਕਦੀ ਇੱਧਰ ਨੂੰ ਚਲ ਜਾਂਦੀ, ਕਦੀ ਇੱਧਰ ਨੂੰ ਚਲ ਜਾਂਦੀ ਆ, ਉਹ ਡੋਲਦੀ ਰਹਿੰਦੀ ਆ। ਜੇ ਤੁਹਾਡੀ ਪ੍ਰਿੰਸੀਪਲ ਹੈਗੇ ਆ ਤੁਹਾਡੀ ਲਾਈਫ ਦੇ ਵਿੱਚ ਕੋਈ ਵੀ, ਮੇਰਾ ਪਹਿਲਾਂ ਤਾਂ ਮੈਂ ਟਾਈਮਿੰਗਸ ਦਾ ਪ੍ਰਿੰਸੀਪਲ ਕਹੂੰਗੀ ਵੀ ਕੋਈ ਵੀ ਬੰਦਾ ਆ ਜੇ ਉਹ ਤਰੱਕੀ ਕਰਨਾ ਚਾਹੁੰਦਾ ਤਾਂ ਟਾਈਮ ਦਾ ਪਾਬੰਦ ਹੋਣਾ ਚਾਹੀਦਾ, ਚਾਹੇ ਅਸੀਂ ਐਜ਼ ਏ ਸਟੂਡੈਂਟ ਸੀ, ਚਾਹੇ ਹੁਣ ਕੰਮ ਤੇ ਜਾਂਦੇ ਆ, ਚਾਹੇ ਕੋਈ ਘਰ ਦੇ ਵਿੱਚ ਕੰਮ ਆ, ਜੋ ਵੀ ਉਹ ਟਾਈਮਿੰਗਸ ਦੇ ਨਾਲ ਹੋਣਾ ਚਾਹੀਦਾ ਆ। ਦੂਜੀ ਗੱਲ ਆ, ਸਾਨੂੰ ਜਿਹੜਾ ਖਰਚ ਪਾਣੀ ਆ ਉਹ ਸੋਚ ਸਮਝ ਕੇ, ਜਾਂ ਆਪਣੀਆਂ ਜਿਹੜੀਆਂ ਖਾਹਿਸ਼ਾਂ ਆ ਉਹਨਾਂ ਨੂੰ ਬਹੁਤ ਉੱਚੇ ਤਾਈਂ ਨਹੀਂ ਲਿਜਾਣਾ ਚਾਹੀਦਾ। ਜਿੰਨੀ ਕੁ ਸਾਡੀ ਇਨਕਮ ਆ ਉਹਦੇ ਹਿਸਾਬ ਦੇ ਨਾਲ ਹੀ ਸਾਨੂੰ ਖਾਹਿਸ਼ਾਂ ਜਿਹੜੀਆਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ। ਜੇ ਤੁਸੀਂ ਫਜ਼ੂਲ ਖਰਚ ਕਰੋਗੇ ਉਹਦੇ ਨਾਲ ਵੀ ਤੁਹਾਨੂੰ ਸਟ੍ਰੈਸਫੁਲ ਹੋਵੋਗੇ, ਤੁਹਾਡੀ ਉਹਦੇ ਨਾਲ ਤੁਸੀਂ ਨੈਗੇਟਿਵਿਟੀ ਵੀ ਤੁਹਾਡੇ 'ਚ ਆਊਗੀ। ਇਸ ਕਰਕੇ ਆਲਵੇਜ਼ ਤੁਸੀਂ ਆਪਣੇ ਲਿਮਿਟਡ ਜਿਹੜਾ ਤੁਹਾਡਾ ਖਰਚ ਪਾਣੀ ਹੈਗਾ ਉਹਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ। ਫਿਰ ਤੁਹਾਡੇ ਕੋਲ ਜਿਹੜੇ ਫਰੈਂਡਸ ਆ ਉਹ ਵੀ ਲਿਮਿਟ ਹੀ ਹੋਣੀ ਚਾਹੀਦੀ ਹੈ। ਜ਼ਿਆਦਾ ਫਰੈਂਡਸ ਹੋਣਗੇ ਤਾਂ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਇਹਨਾਂ ਦੇ ਵਿੱਚੋਂ ਕਿਹੜਾ ਚੰਗਾ ਹੈ ਤਾਂ ਕਿਹੜਾ ਮਾੜਾ ਆ। ਇਸ ਕਰਕੇ ਜਦੋਂ ਵੀ ਤੁਸੀਂ ਆਪਣਾ ਚੂਜ਼ ਕਰਨਾ ਹੈ ਕੋਈ ਫਰੈਂਡ, ਉਹ ਤੁਸੀਂ ਚੰਗੀ ਤਰ੍ਹਾਂ ਸੋਚ ਸਮਝ ਕੇ, ਕਈ ਲੋਕਾਂ ਦੇ ਪ੍ਰਿੰਸੀਪਲ ਗਲਤ ਆ ਇੱਥੇ, ਉਹ ਝੂਠ ਵੀ ਬੋਲਦੇ ਆ, ਉਹ ਤੁਹਾਡੇ ਵਾਂਗਰ ਉਹਦਾ ਦੇ ਖਿਆਲ ਵੀ ਨਹੀਂ ਹੈਗੇ, ਉਹ ਨੈਗੇਟਿਵ ਹੈਗੇ ਆ, ਆਲਵੇਜ਼ ਕਿਸੇ ਦੀਆਂ ਗੱਲਾਂ ਕਰਦੇ ਆ, ਉਹ ਵੀ ਥੋੜ੍ਹਾ ਜਿਹਾ ਸੋਚ ਸਮਝ ਕੇ ਆਪਣੇ ਪ੍ਰਿੰਸੀਪਲ ਬਣਾਉਣੇ ਚਾਹੀਦੇ ਵੀ ਕਿਹੜੇ ਲੋਕਾਂ ਨਾਲ ਅਸੀਂ ਮਿਲ ਸਕਦੇ ਹਾਂ ਜਾਂ ਕਿਹੜੇ ਸਾਡੇ ਵਰਗੇ ਆ। ਸੋ ਲਾਈਫ ਦੇ ਜਿਹੜੇ ਪ੍ਰਿੰਸੀਪਲਸ ਆ ਉਹ ਸਾਨੂੰ ਗੁੱਡ, ਜੇ ਤੁਸੀਂ ਗੁੱਡ ਤੁਹਾਡੇ ਕਿਸੇ ਵੀ ਇਨਸਾਨ ਦੇ ਪ੍ਰਿੰਸੀਪਲ ਇਨ ਹਿਸਟਰੀ ਗੁੱਡ ਰਹੇ ਆ, ਉਹਨਾਂ ਨੂੰ ਲੋਕੀ ਉਹਨਾਂ ਦੇ ਫੋਲੋਵਰ ਵੀ ਬਹੁਤ ਰਹੇ ਆ, ਸੱਚ ਬੋਲਦੇ ਆ, ਝੂਠ ਨਹੀਂ ਬੋਲਦੇ, ਜਾਂ ਕਿਸੇ ਨੂੰ ਧੋਖਾ ਨਹੀਂ ਦਿੰਦੇ ਹੈਗੇ, ਜਾਂ ਟਾਈਮ ਤੇ ਪਾਬੰਦ ਆ। ਜਿਵੇਂ ਅਸੀਂ ਇਹਨਾਂ ਵੈਸਟਰਨ ਕੰਟਰੀਜ਼ 'ਚ ਆਏ ਆ ਜਾਂ ਨਾਰਥ ਅਮਰੀਕਾ 'ਚ ਆਏ ਹੋਏ ਆ, ਇੱਥੇ ਟਾਈਮਿੰਗਸ ਜਿਹੜਾ ਆ ਲੋਕਾਂ ਦੇ ਉਹ ਬਹੁਤ ਵੱਡੀ ਚੀਜ਼ ਆ। ਉਸ ਟਾਈਮ ਦੇ ਨਾਲ ਹੀ ਸਾਰਾ ਕੁਛ ਇੱਥੇ ਅਸੀਂ ਕਰਦੇ ਹਾਂ। ਸੋ ਟਾਈਮਿੰਗਸ ਜਿਹੜਾ ਹੈ ਉਹ ਵੀ ਬੜਾ ਇੰਪੋਰਟੈਂਟ ਆ। ਹਾਂਜੀ, ਮੈਨਰਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਸਾਡੇ ਲੋਕ ਜਿਹੜੇ ਆ ਖਾਸ ਕਰਕੇ ਪੰਜਾਬੀ ਬੰਦੇ ਜਿਹੜੇ ਉਹ ਗਾਲ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ।
ਪਰ ਸਾਡੇ ਇੱਥੇ ਹੁਣ ਮੈਨੂੰ ਲੱਗਦਾ ਵੀ ਸਾਡੇ ਥੋੜ੍ਹੇ ਜਿਹੇ ਲੋਕਾਂ ਨੂੰ ਅਕਲ ਵੀ ਆਈ ਹੋਈ ਹੈ ਬਾਹਰ ਆ ਕੇ, ਕਿਉਂਕਿ ਅਸੀਂ ਜਦੋਂ ਪਹਿਲਾਂ 'ਚ ਆਏ ਸੀਗੇ, ਖਾਸ ਕਰਕੇ ਇੰਗਲੈਂਡ ਸਭ ਤੋਂ ਪਹਿਲਾਂ ਲੋਕ ਆਏ ਆ, ਕੈਨੇਡਾ ਅਮਰੀਕਾ ਬਾਅਦ ਵਿੱਚ ਆਏ ਆ। ਜਿਹੜੇ ਲੋਕ ਪਹਿਲਾਂ ਆਏ ਸੀਗੇ ਉਹ ਲੋਕਾਂ ਨੇ ਆਪਣੇ ਆਪ ਨੂੰ ਅੰਗਰੇਜ਼ਾਂ ਵਾਂਗ ਢਾਲਿਆ ਹੋਇਆ ਸੀ, ਪਹਿਰਾਵੇ ਦੇ ਤੌਰ ਤੇ ਵੀ, ਬੋਲਣ ਚਾਲਣ ਦੇ ਵਿੱਚ ਵੀ। ਜਦੋਂ ਹੁਣ ਲੋਕ ਆਏ ਆ ਨਾ ਜਿਹੜੇ, ਉਹ ਜਿਹੜੇ ਲੋਕ ਉਹਨਾਂ ਨੂੰ ਇੰਨੇ ਸਮਝਦਾਰ ਨਹੀਂ ਹੈਗੇ, ਉਹ ਲੋਕ ਗਾਲਾਂ ਵੀ ਕੱਢਦੇ ਆ, ਉਹ ਲੋਕ ਕਿਸੇ ਨੂੰ ਬੁਲਾਉਣ ਲੱਗੇ ਉਹਨਾਂ ਨੂੰ ਤਮੀਜ਼ ਵੀ ਨਹੀਂ ਹੈਗੀ ਵੀ ਇਹਦੇ ਨਾਲ ਕਿਵੇਂ ਗੱਲ ਕਰਨੀ ਆ, ਇਹਨੂੰ ਭੈਣ ਆ ਜਾਂ ਇਹ ਭਰਾ ਆ ਜਾਂ ਸਾਡੇ ਤੋਂ ਛੋਟੀ ਆ ਜਾਂ ਵੱਡੀ ਆ, ਇਹਨੂੰ ਕਿਵੇਂ ਰਿਸਪੈਕਟ ਦੇਣੀ ਆ। ਸੋ ਸਾਰੇ ਲੋਕ ਇੱਕੋ ਜਿਹੇ ਨਹੀਂ ਹੈਗੇ, ਬੜੇ ਲੋਕ ਚੰਗੇ ਵੀ ਆ ਤੇ ਮਾੜੇ ਵੀ ਆ ਜਿਵੇਂ ਸੁਸਾਇਟੀ 'ਚ ਹੁੰਦੇ ਆ। ਪਰ ਅੱਜ ਕੱਲ੍ਹ ਜਿੱਦਾਂ ਲੋਕਾਂ ਨੂੰ ਪਤਾ ਹੈ ਵੀ ਅਸੀਂ ਗਾਲ ਕੱਢਾਂਗੇ, ਕੋਈ ਕਿਸੇ ਨੂੰ ਇੱਥੇ ਗਾਲ ਕੱਢਦਾ ਹੈ ਤਾਂ ਅਸੀਂ ਉਹਦੀ ਕੰਪਲੇਂਟ ਪੁਲਿਸ ਦੇ ਕੋਲ ਕਰ ਸਕਦੇ, ਸਾਨੂੰ ਇਹਨਾਂ ਨੂੰ ਵਰਬਲੀ ਅਬਿਊਜ਼ ਕੀਤਾ, ਇਸ ਕਰਕੇ ਵੀ ਲੋਕ ਡਰਦੇ ਆ। ਪਰ ਜਿਹੜੀਆਂ ਆਦਤਾਂ ਆ ਉਹ ਹੌਲੀ ਹੌਲੀ ਬਦਲਦੀਆਂ ਆ। ਜਿਹੜੇ ਲੋਕ ਗਾਲਾਂ ਹੀ ਕੱਢਦੇ ਆਏ ਆ ਉਹ ਹੌਲੀ ਹੌਲੀ ਬਦਲਦੇ ਆ, ਜਾਂ ਉਹਨਾਂ ਨੂੰ ਤੁਹਾਡੇ ਨਾਲ ਬਾਹ ਹੀ ਉਹਨਾਂ ਲੋਕਾਂ ਦਾ ਪੈਂਦਾ ਜਿਹੜੇ ਤੁਹਾਨੂੰ ਬਦਲ ਦਿੰਦੇ ਆ। ਪਰ ਆਪਣੇ ਲੋਕਾਂ ਵਿੱਚ ਚੁਗਲੀਆਂ ਦੀਆਂ ਤੇ ਜੈਲਸੀ ਦੀਆਂ ਵੀ ਦੋ ਲਾਮਤਾਂ ਹੈਗੀਆਂ ਕਾਫੀ ਜ਼ਿਆਦਾ। ਇਹ ਹੋਣੀ ਨਹੀਂ ਚਾਹੀਦੀ ਹੈਗੀ ਚੁਗਲੀ ਦੀ। ਤਾਂ ਮਹਾਰਾਜ ਦੀ ਬਾਣੀ ਵਿੱਚ ਵੀ ਲਿਖਿਆ ਆ ਵੀ ਉਹ ਬੰਦਾ ਕਦੀ ਵੀ ਜਿੰਨਾ ਮਰਜ਼ੀ ਪਾਠ ਕਰ ਲਵੇ, ਉਹ ਕਦੀ ਵੀ ਉਹਦਾ ਪਾਠ ਜਿਹੜਾ ਉਹ ਸਕਸੈਸ ਨਹੀਂ ਹੁੰਦਾ ਜਿੰਨਾ ਜਾਂ ਪਰਮਾਤਮਾ ਉਹਦੀ ਅਰਦਾਸ ਕਦੀ ਨਹੀਂ ਸੁਣਦਾ ਜਿਹੜਾ ਕੋਈ ਕਿਸੇ ਨੂੰ ਦੁੱਖ ਦਿੰਦਾ ਆ ਜਾਂ ਕਿਸੇ ਦੀਆਂ ਚੁਗਲੀਆਂ ਕਰਦਾ ਆ। ਮੇਰੇ ਹਿਸਾਬ ਨਾਲ ਦੇ ਸ਼ੁਡ ਨਾਟ ਵੀ ਡੂ ਲਾਈਕ ਦਿਸ। ਕਿਸੇ ਦੀ ਚੁਗਲੀ ਕਰਨ ਨਾਲ ਕੋਈ ਵੱਡਾ ਬਣ ਜਾਂਦਾ ਆ। ਜੇ ਤੁਸੀਂ ਪਿਆਰ ਨਾਲ ਰਹੋਗੇ ਤਾਂ ਤੁਹਾਡੇ ਨਾਲ 10 ਬੰਦੇ ਹੋਰ ਜੁੜਨਗੇ। ਜੇ ਤੁਸੀਂ ਕਿਸੇ ਦੀ ਗੱਲ ਕਰੋਗੇ ਤਾਂ ਉਹਦੇ ਨਾਲ ਤੁਸੀਂ ਆਪਣੀ ਸੈਲਫ ਰਿਸਪੈਕਟ ਘਟਾਉਂਦੇ ਆ। ਮੇਰਾ ਤਾਂ ਇੱਕੋ ਖਿਆਲ ਆ। ਪਰ ਇਹ ਅਸੀਂ ਕਿਸੇ ਦੀ ਪ੍ਰਸ਼ੰਸਾ ਵੀ ਨਹੀਂ ਕਰਦੇ, ਜੈਲਸੀ ਬਹੁਤ ਕਰਦੇ ਆ। ਹਾਂਜੀ, ਪਰ ਮੈਂ ਇਹ ਗੱਲ ਦੇਖੀ ਆ ਸਾਡੇ ਲੋਕ ਸੱਚੀ ਨਹੀਂ ਕਰਦੇ। ਈਵਨ ਲੇਡੀਜ਼ ਵੀ ਓਵਰ 65 ਜਿਹੜੀਆਂ ਸੀਨੀਅਰਸ ਆ, ਉਹ ਵੀ ਜੇ ਕਿਸੇ ਨੂੰ ਚੰਗੀ ਤਰ੍ਹਾਂ ਕਿਸੇ ਨੂੰ ਕਵਿਤਾ ਪੜ੍ਹਨੀ ਆਉਂਦੀ ਆ ਜਾਂ ਗਾਉਣਾ ਆਉਂਦਾ ਹੈ, ਜਿਵੇਂ ਅਸੀਂ ਵੈਸੇ ਸੀਨੀਅਰ ਸੈਂਟਰ ਜਾਂਦੀ ਆ, ਉਹ ਕਦੀ ਐਪਰੀਸ਼ੀਏਟ ਨਹੀਂ ਕਰਦੇ। ਬਹੁਤ ਘੱਟ ਲੋਕ ਆ, ਜਿਵੇਂ 10% ਲੋਕ ਤਾਂ ਐਪਰੀਸ਼ੀਏਟ ਕਰਦੇ ਆ, ਬਾਕੀ 90% ਸਾਡੇ ਲੋਕ ਆਪਣੇ ਬੱਚਿਆਂ ਨੂੰ ਐਪਰੀਸ਼ੀਏਟ ਕਰਨਗੇ ਜਾਂ ਆਪਣੇ ਜਿਹੜੇ ਤੁਹਾਡੇ ਰਿਲੇਸ਼ਨ ਆ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ, ਪਰ ਥਰਡ ਪਰਸਨ ਨੂੰ ਘੱਟ ਕਰਦੇ ਆ। ਇਹ ਜਿਹੜੇ ਗੋਰੇ ਲੋਕ ਆ, ਇਹ ਮੈਂ ਦੇਖਿਆ, ਇਹ ਤੁਸੀਂ ਥੋੜੀ ਜਿਹੀ ਇਹਨਾਂ ਨੂੰ ਕੋਈ ਚੀਜ਼ ਦੇ ਦਿਓ ਤਾਂ ਵੀ ਇਹ ਐਪਰੀਸ਼ੀਏਟ ਕਰਦੇ ਆ। ਉਹ ਤੇ ਤੁਸੀਂ ਥੋੜਾ ਜਿਹਾ ਸੋਹਣੇ ਲੱਗਦੇ ਆ ਜਾਂ ਕੱਪੜਾ ਜਿਹੜਾ ਸੋਹਣਾ ਪਾਇਆ ਤਾਂ ਵੀ ਉਹ ਐਪਰੀਸ਼ੀਏਟ ਕਰਦੇ ਆ। ਪਰ ਸਾਡੇ ਲੋਕਾਂ ਦਾ ਉਹ ਮੈਨੂੰ ਲੱਗਦਾ ਹੈ ਜਿਹੜੇ ਲੋਕ ਜਿਵੇਂ ਦੇ ਬਣ ਗਏ, ਸੁਭਾਅ ਜਿੱਦਾਂ ਉਹਨਾਂ ਦੇ ਬਣੇ ਹੋਏ ਆ, ਉਹਨਾਂ ਨੂੰ ਚੇਂਜ ਕਰਨਾ ਬਹੁਤ ਔਖਾ ਆ। ਸੋ ਵੀ ਕੈਨਟ ਚੇਂਜ ਐਨੀਵਨ, ਵੀ ਹੈਵ ਟੂ ਚੇਂਜ ਆਵਰਸੈਲਫ। ਤੁਸੀਂ ਆਪਣੇ ਆਪ ਨੂੰ ਚੇਂਜ ਕਰ ਲਓ। ਤੁਸੀਂ ਜੇ ਨਹੀਂ ਲੋਕ ਚੇਂਜ ਹੁੰਦੇ ਤਾਂ, ਕਿਉਂਕਿ ਵੀ ਕੈਨਟ ਚੇਂਜ ਐਵਰੀਵਨ। ਇਹ ਤਾਂ ਹੈ, ਇਹ ਤਾਂ ਹੈ। ਹਾਂਜੀ, ਆਪਣੇ ਆਪ ਨੂੰ ਚੇਂਜ ਕਰ ਲਓ। ਤੁਸੀਂ ਉਸ ਦ੍ਰਿਸ਼ਟੀ ਨਾਲ ਦੇਖੋ ਵੀ ਅਸੀਂ ਪੋਜ਼ਿਟਿਵ ਹੀ ਕਰਨਾ ਆ, ਸਾਰਾ ਕੁਝ ਪੋਜ਼ਿਟਿਵ ਕਰਨਾ। ਸਾਡੇ 'ਚ ਨੈਗੇਟਿਵਿਟੀ ਜਿਹੜੀ ਆਊਗੀ ਉਹ ਸਾਡੀ ਆਪਣੀ ਆਤਮਾ ਨੂੰ, ਜਿਹੜੀ ਨੈਗੇਟਿਵ ਥਿੰਕਿੰਗ ਹੈ ਨਾ, ਉਹਦਾ ਸਾਡੇ ਸਰੀਰ ਤੇ ਬਹੁਤ ਅਸਰ ਪੈਂਦਾ। ਇਹ ਤਾਂ ਹੈ, ਇਹ ਤਾਂ ਹੈ। ਕਈ ਲੋਕ ਇੱਥੇ ਹੁਣ ਮੈਂ ਕੈਨੇਡਾ 'ਚ ਹੈਗੇ ਆ, ਉਹ ਮੈਂ ਦੇਖੇ ਆ, ਕਿਸੇ ਨੇ ਤੁਹਾਨੂੰ ਪਤਾ ਹੋਣਾ ਇੱਥੇ ਬਹੁਤ ਚਿਰ ਹੋ ਗਿਆ, ਉਦੋਂ ਸਾਡਾ ਇੱਕ ਪਲੇਨ ਡਿੱਗਿਆ ਸੀਗਾ। ਹਾਂਜੀ 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 ਹਾਂਜੀ। ਉਹ ਕਈ ਵਾਰੀ ਲੋਕਾਂ ਦੀਆਂ ਗੱਲਾਂ ਸੁਣੀ ਦੀਆਂ ਆ ਵੀ ਉਹ ਲੋਕ ਇੱਦਾਂ ਦੇ ਸੀ, ਉਹਨਾਂ ਦੀਆਂ ਨੈਗੇਟਿਵ ਥਿੰਕਿੰਗ ਸੀ ਜਾਂ ਉਹਨਾਂ ਨੇ ਆਹ ਕੀਤਾ ਸੀ, ਇਸ ਕਰਕੇ ਉਹ ਦੁਨੀਆ 'ਚ ਰਹੇ ਨਹੀਂ ਹੈਗੇ। ਤੇ ਉਹਨਾਂ ਨੇ ਆਪਣੇ ਸੈਲਫ ਨੂੰ, ਆਪਣੇ ਆਪ ਹੀ, ਜਿਵੇਂ ਉਹਨਾਂ ਦੀ ਨੈਗੇਟਿਵ ਸੋਚ ਜਾਂ ਉਹਨਾਂ ਨੇ ਕੀਤਾ ਹੋਇਆ ਕੁਛ ਵੀ, ਉਹਨਾਂ ਨੂੰ ਉਹ ਮੌਤ ਦੇ ਮੂੰਹ ਲੈ ਗਏ। ਥੈਂਕ ਯੂ ਜੀ, ਥੈਂਕ ਯੂ। ਇੱਦਾਂ ਦੇ ਜਿਹੜੇ ਖਿਆਲ ਆ ਇਹ ਬਦਲਣੇ ਚਾਹੀਦੇ ਆ ਬੰਦੇ ਨੂੰ। ਨੈਗੇਟਿਵ ਜਦੋਂ ਸਾਡੇ ਆਪਣੇ ਬੱਚੇ ਜਵਾਨ ਹੋ ਜਾਂਦੇ ਆ, ਅਸੀਂ ਉਹਨਾਂ ਦੇ ਬਾਰੇ ਪਰਮਾਤਮਾ ਦੇ ਮੂਹਰੇ ਅਰਦਾਸਾਂ ਵੀ ਕਰਦੇ ਆ। ਪੋਜ਼ਿਟਿਵ ਥਿੰਕ ਰੱਖਦੇ ਆਲਵੇਜ਼। ਸਾਨੂੰ ਚਾਹੀਦਾ ਹੈ ਵੀ ਅਸੀਂ ਦੂਸਰਿਆਂ ਭੈਣ ਭਾਈਆਂ ਲਈ ਵੀ ਪੋਜ਼ਿਟਿਵ ਥਿੰਕ ਰੱਖੀਏ, ਕਿਸੇ ਦੇ ਬੱਚਿਆਂ ਲਈ ਵੀ ਪੋਜ਼ਿਟਿਵ ਥਿੰਕ ਰੱਖੀਏ ਵੀ ਸਾਡੇ ਬੱਚੇ ਵੀ ਤਾਂ ਇੱਦਾਂ ਦੇ ਹੀ ਆ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਹਾਂਜੀ, ਓਕੇ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਸ਼ਾਂਤੀ ਥਮਨ ਹੋਣੀ ਸਰੀ ਤੋਂ, ਕੈਨੇਡਾ ਤੋਂ। ਤੇ ਅਜੇ ਵੀ ਸਾਡੇ ਤੋਂ ਜਿਹੜੇ ਹੈਗੇ ਆ 4 ਮਿੰਟ ਹੈ, ਜੇ ਤੁਸੀਂ ਵੀ ਟੈਲੀਫੋਨ ਕਾਲ ਕਰਨ ਚਾਹੁੰਦੇ ਆ। ਤੇ ਅਗਲੇ ਹਫਤੇ ਜਿਹੜਾ ਹੈਗਾ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਲੈ ਕੇ ਆਊਂਗਾ, ਤੇ ਉਹ ਮੇਰੀ ਕਿਤਾਬ ਦਾ ਅਖੀਰਲਾ ਚੈਪਟਰ ਹੋਊਗਾ। ਤੇ ਉਸ ਤੋਂ ਬਾਅਦ ਆਪਾਂ ਇੱਕ ਨਵੀਂ ਕਿਤਾਬ ਫਿਰ ਸ਼ੁਰੂ ਕਰਾਂਗੇ। ਤੇ ਮੈਂ ਅਜੇ ਤੱਕ ਜਿਹੜੀਆਂ ਇਹ 3 ਕਿਤਾਬਾਂ ਇਨਕੇ ਪੂਰੀਆਂ ਹੋਈਆਂ। ਅਗਲੇ ਹਫਤੇ ਫਿਰ ਥੋੜ੍ਹਾ ਧੰਨਵਾਦ ਕਰੂੰਗਾ ਜਿੰਨੇ ਵੀ ਪਾਰਟੀਸਪੈਂਟਸ ਜਿਹੜੇ ਹੈਗੇ ਆ, ਉਹਨਾਂ ਨੇ ਮੇਰਾ ਬਹੁਤ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਜੀ। ਡਾਕਟਰ ਸਾਹਿਬ, ਮੈਂ ਗਗਨ ਬੋਲ ਰਿਹਾ ਜੀ, ਕੋਵੈਂਟਰੀ ਤੋਂ। ਹਾਂਜੀ ਗਗਨ ਜੀ, 3 ਮਿੰਟ ਹੈ ਆਪਣੇ ਤੋਂ। ਲਓ ਜੀ, ਮੈਂ 2 ਮਿੰਟ 'ਚ ਗੱਲ ਨਿਬੇੜ ਦੇਣੀ, ਆਪਾਂ 3 ਲਾਉਣਾ ਹੀ ਨਹੀਂ ਡਾਕਟਰ ਸਾਹਿਬ। ਹਾਂਜੀ ਹਾਂਜੀ। ਜਿਹੜਾ ਭਾਰਤ ਅਸੀਂ ਜਿਹਨੂੰ ਕਹਿੰਦੇ ਨੇ ਇੰਡੀਆ, ਹਾਂਜੀ,
ਡਾਕਟਰ ਸਾਹਿਬ ਦੇਖੋ ਉੱਥੇ ਕਿੰਨੇ ਧਰਮ ਚੱਲਦੇ, ਕਿੰਨੀਆਂ ਉੱਥੇ ਪੜ੍ਹਾਈ ਚੱਲਦੀ, ਕਿੰਨੇ ਉੱਥੇ ਵਿਦਵਾਨ ਹੋਏ, ਪਰ ਅਸਲ ਦੇ ਵਿੱਚ ਅਸੀਂ ਦੁਨੀਆ ਨੂੰ ਸਿਖਾਉਣ ਦੇ ਵਿੱਚ ਲੱਗ ਗਏ, ਪਰ ਆਪਣੇ ਆਪ 'ਚ ਅਸੀਂ ਸਿੱਖਿਆ ਕੁਛ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਅਸੀਂ ਆਪਣੇ ਆਪ ਨੂੰ ਸਿਖਾਇਆ ਨਹੀਂ ਕੁਛ ਵੀ। ਹਰ ਚੀਜ਼ ਨੂੰ ਅਸੀਂ ਨਾ ਬਿਜ਼ਨਸ ਬਣਾ ਲਿਆ। ਹਾਂਜੀ ਹਾਂਜੀ। ਤੇ ਜਿਹੜੀਆਂ ਸਾਡੀਆਂ ਨੌਨਸੈਂਸ ਆਦਤਾਂ ਉਹਨਾਂ ਨੂੰ ਅਸੀਂ ਵਧੀਆ ਕਹਿੰਦੇ ਹਾਂ। ਇਹਦੀ ਸਭ ਤੋਂ ਵੱਡੀ ਝਲਕ ਸਾਡੇ ਜਿਹੜੇ ਪੰਜਾਬੀ ਗਾਣੇ ਉਹਨਾਂ ਵਿੱਚ ਮਿਲਦੀ, ਦੇਖੋ ਤੁਸੀਂ। ਬਿਲਕੁਲ ਬਿਲਕੁਲ ਬਿਲਕੁਲ। ਜਿਹੜਾ ਸਾਡਾ ਕਲਚਰ ਆ ਉਹ ਸਾਡੇ ਗਾਣੇ ਹੁੰਦੇ ਜਾਂ ਸਾਡੀਆਂ ਫਿਲਮਾਂ ਹੁੰਦੀਆਂ, ਉਹਨਾਂ ਦੇ ਵਿੱਚ ਜਿੰਨੀ ਨੌਨਸੈਂਸ ਉਹਨਾਂ ਵਿੱਚ ਦਿਖਾਈ ਜਾਂਦੀ ਆ, ਉਹੀ ਸਾਡੀ ਆਮ ਜਨਰੇਸ਼ਨ ਨੇ ਕਰਨਾ ਹੁੰਦਾ। ਬਹੁਤ ਗੰਦ ਭਰਿਆ ਪਿਆ ਜੀ। ਯੈਸ ਯੈਸ। ਬਸ ਇਹੀ ਮੇਰਾ ਕਹਿਣਾ ਸੀਗਾ ਵੀ ਜੇ ਨਾ ਤੁਸੀਂ ਜਿਸ ਜਹਾਨ ਵਿੱਚ ਗਏ ਆ, ਜਿੱਥੇ ਤੁਸੀਂ ਹੈਗੇ ਉਹਦੇ ਹਿਸਾਬ ਨਾਲ ਚੱਲੋ ਬਸ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਇਹ ਤਾਂ ਅਸੀਂ ਗਗਨ ਜੀ ਕੋਵਿੰਟਰੀ ਤੋਂ ਬਹੁਤ ਵਧੀਆ ਗੱਲ ਕੀਤੀ ਹੈ। ਮੈਂ ਇਸ ਸਬਜੈਕਟ 'ਤੇ ਅਸੀਂ ਕਿਤੇ ਪ੍ਰੋਗਰਾਮ ਵੀ ਕਰਾਂਗੇ ਸ਼ਾਇਦ ਫਰਾਈਡੇ ਨੂੰ, ਯਾਨੀ ਕਿ ਜਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ ਵਿਰਸਾ ਸਾਂਭਣਾ, ਵਿਰਸਾ ਦੇਖਣ ਵਾਲੀ ਗੱਲ ਇਹ ਹੁੰਦੀ ਕਿ ਵਿਰਸੇ 'ਚ ਕੀ ਹੈ, ਕਿਹੜੀ ਚੀਜ਼ ਵਿਰਸੇ ਸਾਹਮਣੇ, ਕੀ ਅਸੀਂ ਜਾਤ ਪਾਤ ਨੂੰ ਸਾਂਭਣਾ ਚਾਹੁੰਦੇ ਹਾਂ, ਕੀ ਅਸੀਂ ਜੋ ਔਰਤਾਂ ਨਾਲ ਵਰਤਾਵ ਕਰਦੇ ਉਹ ਸਾਂਭਣਾ ਚਾਹੁੰਦੇ ਹਾਂ, ਜੋ ਅਸੀਂ ਗਾਲੀ ਗਲੋਚ ਕਰਦੇ ਹਾਂ ਕਿਸੇ ਨੂੰ ਇੱਕ ਦੂਜੇ ਨੂੰ ਉਹ ਅਸੀਂ ਸਾਂਭਣਾ ਚਾਹੁੰਦੇ, ਕਿਹੜਾ ਵਿਰਸਾ ਹੈ। ਯਾਨੀ ਕਿ ਵਿਰਸੇ ਦੀਆਂ ਜਿਹੜੀਆਂ ਨਰੋਈਆਂ ਕਦਰਾਂ ਕੀਮਤਾਂ ਸਾਨੂੰ ਉਹ ਵੀ ਨਿਸ਼ਾਨਦੇਹੀ ਕਰਨੀ ਉਹਨਾਂ ਦੀ ਪਊਗੀ, ਤਾਂ ਯਾਨੀ ਕਿ ਅਸੀਂ ਗੁੱਡ ਹਿਊਮਨ ਬੀਇੰਗਸ ਬਣ ਸਕਦੇ ਹਾਂ, ਜਿਹਨੂੰ ਸਿਵਿਕ ਸੁਸਾਇਟੀ ਕਹਿੰਦੇ ਹੈ, ਜਿਹਨੂੰ ਸਿਵਿਲਿਟੀ ਕਹਿੰਦੇ ਹੈਗੇ ਅੰਗਰੇਜ਼ੀ ਵਿੱਚ, ਉਹ ਤਾਂ ਹੀ ਆ ਸਕਦੀ ਹੈ ਨੇ ਜੇ ਅਸੀਂ ਚੰਗੀ ਤਰ੍ਹਾਂ ਇੱਕ ਦੂਜੇ ਦਾ ਸਹਿਯੋਗ ਲਈਏ, ਇੱਕ ਦੂਜੇ ਨਾਲ ਮੈਨਰਸ ਨਾਲ ਗੱਲ ਕਰੀਏ। ਅਤੇ ਜਿਹੜੀ ਕਿ ਸਾਡੇ ਵਿੱਚ ਬਹੁਤ ਲੈਕਿੰਗ ਹੈ ਏਸ਼ੀਅਨਸ ਭਾਈਚਾਰੇ ਦੇ ਵਿੱਚ, ਜਿਹੜੀਆਂ ਮੈਨਰਸ ਗੋਰਿਆਂ ਵਿੱਚ ਹੈਗੀਆਂ ਇਹਨਾਂ ਤੋਂ ਬਹੁਤ ਕੁਛ ਲਰਨ ਕਰਨ ਵਾਲਾ ਹੈਗਾ। ਅਤੇ ਮੈਂ ਸਮਝਦਾ ਹਾਂ ਵੀ ਜ਼ਿੰਦਗੀ ਨੂੰ ਜੀਣ ਦੇ ਲਈ ਇੱਕ ਦੂਜੇ ਦਾ ਸਹਿਯੋਗ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਅਤੇ ਸਹਿਯੋਗ ਜਿਹੜਾ ਹੈਗਾ, ਜੇ ਤੁਸੀਂ ਇੱਕ ਦੂਜੇ ਨੂੰ ਐਪਰੀਸ਼ੀਏਟ ਕਰਦੇ ਹੈਗੇ ਆ, ਜੇ ਤੁਸੀਂ ਕਿਸੇ ਨਾਲ ਜੈਲਸੀ ਨਹੀਂ ਕਰਦੇ ਹੈਗੇ, ਜੇ ਤੁਹਾਡੀ ਵਿਚਾਰਧਾਰਾ ਜਿਹੜੀ ਪੋਜ਼ੀਟਿਵ ਹੈਗੀ ਆ, ਜਿਹੜੀ ਕਿ ਗੱਲਾਂ ਬਹੁਤ ਸਾਰੇ ਕਾਲਰਸ ਨੇ ਕੀਤੀਆਂ ਹੈਗੀਆਂ, ਅਤੇ ਮੈਂ ਸਾਰਾ ਸਾਡੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਬੜੀ ਰਲੀ ਬਣ ਸਕਦੀ ਹੈ, ਬੜੀ ਯਾਨੀ ਕਿ ਚੰਗੀ ਬਣ ਸਕਦੀ ਹੈਗੀ ਆ। ਜਿੱਦਾਂ ਕਹਿੰਦੇ ਆ ਆਪਣੇ ਜਿਹੜਾ ਹੈ ਚਾਦਰ ਦੇਖ ਕੇ ਪੈਰ ਪਸਾਰੋ, ਅਤੇ ਉਹਦੇ ਨਾਲ ਜਿਹੜਾ ਹੈਗਾ ਅਸੀਂ ਬਿਨਾਂ ਕਿਸੇ ਗੱਲ ਤੋਂ ਦਿਖਾਵੇ ਤੋਂ, ਬਿਨਾਂ ਕਿਸੇ ਗੱਲ ਤੋਂ ਅਸੀਂ ਪੈਸੇ ਨਾ ਖਰਚੀਏ, ਕਿਸੇ ਦੀਆਂ ਰੀਸਾਂ ਨਾ ਕਰੀਏ, ਜੋ ਸਾਡੇ ਕੋਲ ਹੈਗਾ ਉਹਦੇ ਹਿਸਾਬ ਨਾਲ ਅਸੀਂ ਆਪਣਾ ਗੁਜ਼ਾਰਾ ਕਰੀਏ, ਅਤੇ ਆਪਣੀ ਮਿਸਾਲ ਅਸੀਂ ਆਪ ਇੱਕ ਪੈਦਾ ਹੋਈਏ। ਅਗਲੇ ਹਫ਼ਤੇ ਜਿਹੜਾ ਹੈਗਾ ਮੈਂ ਜਿਸ ਤਰ੍ਹਾਂ ਗੱਲ ਕੀਤੀ ਹੈ ਤੁਹਾਡੇ ਲਈ ਸੁਨਹਿਰਾ ਭਵਿੱਖ ਜਿਹੜਾ ਮੇਰਾ ਲੇਖ ਹੈਗਾ ਇਸ ਕਿਤਾਬ ਦਾ ਅਖੀਰਲਾ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਅਤੇ ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜੀ ਆ ਨਵੀਂ ਕਿਤਾਬ ਸ਼ੁਰੂ ਕਰਾਂਗੇ। ਅਤੇ ਇੱਕ ਵਾਰੀ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਤੁਸੀਂ ਸਟੈਂਡਿੰਗ ਆਰਡਰ ਸਾਡੇ ਲਈ ਜ਼ਰੂਰ ਜਾਣ ਕੇ ਲਾਓ, ਚਾਹੇ ਉਹ 1 ਪਾਉਂਡ ਦਾ ਹੈਗਾ, ਚਾਹੇ 10 ਪਾਉਂਡ ਦਾ ਹੈ, ਚਾਹੇ 5 ਪਾਉਂਡ ਦਾ ਹੈ, ਚਾਹੇ 20 ਦਾ ਹੈਗਾ। ਉਹਦੇ ਨਾਲ ਜਾਣ ਕੇ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਕੋਲ ਹਰ ਮਹੀਨੇ ਕਿੰਨੇ ਪੈਸੇ ਆ ਰਹੇ ਹੈਗੇ ਆ। ਅਤੇ ਫਿਰ ਨਾਲ ਦੀ ਨਾਲ ਜਾਣ ਕੇ ਤੁਸੀਂ ਐਡਵਰਟਾਈਜ਼ਮੈਂਟ ਵੀ ਦੇ ਸਕਦੇ ਹੈਗੇ ਆ, ਅਤੇ ਤੁਸੀਂ ਪ੍ਰੋਗਰਾਮ ਵੀ ਸਪੋਂਸਰ ਕਰ ਸਕਦੇ ਆ। ਉਹਦੇ ਨਾਲ ਜਾਣ ਕੇ ਸਾਨੂੰ ਜਿਹੜੀ ਹੈ ਆਰਥਿਕ ਸਹਾਇਤਾ ਮਿਲ ਸਕਦੀ ਆ। ਮੈਂ ਇੱਕ ਵਾਰੀ ਫਿਰ ਆਪਣੇ ਸਾਰੇ ਜਿਹੜੇ ਪਾਰਟੀਸਪੈਂਟਸ ਹੈਗੇ ਆ, ਜਿਹੜੇ ਮੇਰੇ ਦਰਸ਼ਕ ਹੈਗੇ ਆ, ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਜਿਹਨਾਂ ਨੂੰ ਕਈ ਵਾਰੀ ਟਾਈਮ ਵੀ ਨਹੀਂ ਮਿਲਦਾ ਹੈਗਾ। ਅਤੇ ਇੱਥੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ, ਅਗਲੇ ਹਫ਼ਤੇ ਤੁਹਾਨੂੰ ਮੈਂ ਫਿਰ ਮਿਲਦਾ। ਓਕੇ ਜੀ, ਥੈਂਕ ਯੂ।